श्री नानक अंगद गुरु अमरदास पद बंद रामदास अर्जन गुरु बार श्री हरि गोविंद हरि राय हर कृष्ण गुर तेग बहादुर चंद दसवें गोबिंद सिंह गुरु नौ चरण जिसमें है अमृत ज्ञान है मानक भगत राग श्री गुरु ग्रंथ साहिब उदद श्री गुर शब्द कमाए दिन जीते पंच विकार दिन संतन को बंदना सिर चरण पर तार कंकारा सतगुरु ते प्रसाद वाहिगुरु जी की फतेह विघ्न विनाशन कंकारा सतगुरु ते प्रसाद वाहिगुरु जी की फतेह विघ्न विनाशन सतनाम श्री वाहिगुरु साहिब जी निशानी छंद बिन प्रशंसा साध दे सुन हसे कृपाला दयालपुरी कहो काज क्या चल आए उताला वाहिगुरु जी का खालसा वाहिगुरु जी की फतेह। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੀਂ ਵਿਖੇ श्री गुरु ग्रंथ साहिब महाराज की पवित्र हजूरी के अंदर सजे हुए दीवाना हाजरियां भर रहे दर्शन दिदारे कर जीवन सफल बना रहे गुरु प्यारी खालसा साध संगत जी सतगुरां दी दया हुई है तरस पाया मेहरामत हुई सतगुर सज्जन मिलिया दोवां जहानां दे सज्जन सतगुरु तिन्नां लोकां दे मालक गुरु तेग बहादुर साहब गुरु ग्रंथ साहिब जी दी हजूरी संगत आपां नूं प्राप्त हुई है। अमृतमयी बाणी दे कीर्तन गुरु के कीर्तनियां दे पासों आप जी ने श्रवण कीते हन। गुर इतिहास की कथा विचार का समा होया है जिस विच दसम पातशाह गुरु गोबिंद सिंह जी महाराज के जीवन दीयां साखियां कथा आपां श्रवण कर रहे हैं। कल आप जी ने प्रसंग श्रवण कीते ने कि गुरु गोबिंद सिंह महाराज साहब जी दीने नगर विराजमान ने जिथे उस नगर के चौधरी उहदे उत्ते महाराज साहब बहुत प्रसन्न हैं। शमीर चौधरी नूं बख्शिया चाहुंदे ने। साहब कहते कुछ मंग ला तेरे ते खुश हैं। कहता महाराज जे त्रुठे ही हो जमन मरण का गेड़ कट दिओ 84 का चक्कर मुक जाए। सतगुरु साहब जी कहन लगे भी इदा किवें मुक जूगा तेरियां ते जूना बड़ियां भोगण वालियां रहिंदियां हालां। होर पासे ख्याल च महाराज जी परच गए। 2-4 दिन बाद फिर कहंदे शमीर चौधरी कुछ मंग लै तैनूं देना चाहुंदे आ।
ਕਹਿੰਦਾ ਮਹਾਰਾਜ ਜੰਮਣ ਮਰਨ ਦਾ ਗੇੜਾ ਹੀ ਕੱਟ ਦਿਓ, ਮੇਰੀਆਂ ਹੋਰ ਜੂਨੀਆਂ ਹੋਰ ਜਨਮ ਨਾ ਹੋਣ, ਹੋਰ ਨਹੀਂ ਮੈਨੂੰ ਕੁਝ ਚਾਹੀਦਾ। ਸਾਹਿਬ ਜੀ ਨੇ ਫੇਰ ਨਾ ਕੁਝ ਕਿਹਾ। ਕੁਝ ਦਿਨ ਲੰਘੇ, ਫੇਰ ਪੁੱਛਿਆ, ਤੀਸਰੀ ਵਾਰ ਪੁੱਛਿਆ, ਕਹਿੰਦਾ ਮਹਾਰਾਜ ਮੇਰਾ ਜੰਮਣ ਮਰਨ ਨਹੀਂ ਕੱਟ ਦਿਓ। ਜਦੋਂ ਪੁੱਛਦੇ ਨੇ ਕੁਝ ਮੰਗ ਲੈ, ਕਹਿੰਦਾ ਮਹਾਰਾਜ ਕੇਵਲ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ ਦਿਓ। ਅਖੀਰ ਪ੍ਰਸੰਨ ਹੋ ਗਏ। ਸਾਹਿਬ ਕਹਿੰਦੇ ਜੋ ਤੂੰ ਚਾਹੁੰਦਾ ਹੈ ਉਹੀ ਮੰਗ ਲੈ। ਕਹਿੰਦਾ ਮਹਾਰਾਜ ਜੀ ਇਹ ਜੰਮਣ ਮਰਨ ਦਾ ਗੇੜਾ ਕੱਟਿਆ ਜਾਵੇ ਤੇ ਮੇਰਾ ਫੇਰ ਜਨਮ ਨਾ ਹੋਵੇ, ਤੁਹਾਡੇ ਚਰਨਾਂ 'ਚ ਨਿਵਾਸ ਹੋਵੇ ਸਦਾ। ਸਾਹਿਬਾਂ ਨੇ ਇਹਨੂੰ ਅੰਮ੍ਰਿਤ ਛਕਾਇਆ। ਘਰੇ ਗਿਆ, ਰਾਤ ਸੁੱਤੇ ਨੂੰ ਸੁਪਨਾ ਆਇਆ। ਕਈ ਜੂਨਾਂ ਦੇ ਵਿੱਚ ਸੁਪਨੇ ਦੇ ਵਿੱਚ ਗਿਆ ਮਰ ਕੇ। ਸੁਪਨੇ ਵਿੱਚ ਹੀ ਇਹਨੇ ਪੀਲੂ ਦੇ ਫਲ ਖਾਧੇ ਸਨ। ਜਦੋਂ ਸਵੇਰੇ ਉੱਠਿਆ ਵੇਖਦਾ ਹੈ ਦੰਦਾਂ ਦੇ ਵਿੱਚ ਉਹੀ ਬੀਜ ਫਸੇ ਨੇ। ਦਾਤਣ ਕਰਦੇ ਆ ਵੀ ਉਹੀ ਨਿਸ਼ਾਨੀਆਂ। ਸੋਚਦਾ ਹੈ ਵੀ ਸੁਪਨੇ ਦੇ ਵਿੱਚ ਮੈਂ ਗਿਆ ਸੀ ਕਿਤੇ ਜਾਂ ਸੱਚੀ ਗਿਆ ਸੀ। ਮਹਾਰਾਜ ਦੇ ਕੋਲ ਆਇਆ। ਸਤਿਗੁਰੂ ਕਹਿੰਦੇ ਚਿੰਤਾ ਨਾ ਕਰ, ਤੇਰਾ ਇੱਕੇ ਰਾਤ ਦੇ ਵਿੱਚ ਹੀ ਜੰਮਣ ਮਰਨ ਨਿਬੇੜ ਦਿੱਤਾ ਹੈ। ਸਾਹਿਬਾਂ ਸਾਰੀ ਗੱਲ ਖੋਲ ਕੇ ਸਮਝਾਈ ਵੀ ਸੁਪਨੇ ਦੇ ਵਿੱਚ ਹੀ ਤੇਰੇ ਜਿੰਨੇ ਜਨਮ ਹੋਣੇ ਸੀ ਅਸੀਂ ਉਹ ਭੁਗਾਤੇ ਨੇ। ਸੁਪਨੇ ਦੇ ਵਿੱਚ ਹੀ ਤੇਰੇ ਜੰਮਣ ਮਰਨ ਦੇ ਚੱਕਰ ਮੁੱਕ ਗਏ ਹਨ। ਇਹਨੇ ਪੁੱਛਿਆ ਸੀ ਮਹਾਰਾਜ ਪੀਲੂ ਦੇ ਦਰਖਤ, ਪੀਲੂ ਦੇ ਫਲ ਖਾਣ ਦੀ ਬਹਾਰ ਤਾਂ ਨਹੀਂ ਹੈਗੀ, ਇਹ ਦੱਸੋ ਵੀ ਮੈਂ ਸੁਪਨਾ ਸੀ ਵੇਖਿਆ ਜਾਂ ਸੱਚ ਸੀ? ਕਿਉਂਕਿ ਜੇ ਸੁਪਨਾ ਮੰਨਾ ਤਾਂ ਫੇਰ ਮਹਾਰਾਜ ਮੇਰੇ ਦੰਦਾਂ 'ਚ ਬੀਜ ਨਹੀਂ ਸੀ ਹੋਣੇ ਚਾਹੀਦੇ ਪੀਲੂ ਫਲ ਦੇ, ਤੇ ਜੇ ਇਹਨੂੰ ਮੈਂ ਸੱਚ ਮੰਨਾਂ ਤੇ ਮੈਂ ਤੇ ਸੁੱਤਾ ਸੀ, ਹੁਣ ਬਹਾਰ ਕਿਤੇ ਨਹੀਂ ਆ, ਫਲ ਕਿੱਥੋਂ ਖਾ ਲੈਣੇ ਸੀ? ਤਾਂ ਗੁਰੂ ਸਾਹਿਬ ਨੇ ਦੱਸਿਆ ਵੀ ਤੂੰ ਬਖਸ਼ਿਆ ਗਿਆ ਏ, ਤੈਨੂੰ ਅਸੀਂ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ਤੀ ਹੈ। ਇਹ ਗੱਲ ਸੁਣ ਕੇ ਨੇੜੇ ਇੱਕ ਤਖਾਣ ਸਿੱਖ ਬੈਠਾ, ਉਹ ਵੀ ਚਰਨੀ ਪੈ ਗਿਆ। ਮਹਾਰਾਜ ਜਿੱਦਾਂ ਭਾਈ ਸਮੀਰ ਨੂੰ ਬਖਸ਼ਿਆ ਜੇ, ਮੇਰਾ ਵੀ ਜੰਮਣ ਮਰਨ ਕੱਟ ਦਿਓ। ਸਾਹਿਬ ਖੁਸ਼ ਹੋ ਕੇ ਕਹਿੰਦੇ ਤੇਰਾ ਵੀ ਜੰਮਣ ਮਰਨ ਕੱਟਿਆ। ਜਾਂ ਭਾਈ ਸ਼ਮੀਰ ਚੌਧਰੀ ਦੇ ਨਾਲ ਹੀ ਜਾਵੇਂਗਾ ਜਦੋਂ ਗਿਆ ਤੂੰ ਸੱਚਖੰਡ ਦੇ ਵਿੱਚ। ਐਵੇਂ ਗੁਰੂ ਗਰੀਬ ਨਿਵਾਸ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ। ਉਧਰ ਸਰਹੰਦ ਨੂੰ ਸਰਾਪ ਹੋਇਆ ਸੀ ਵੀ ਸਾਰੀ ਉੱਜੜ ਜਾਏਗੀ। ਉੱਥੋਂ ਦੇ ਰਹਿਣ ਵਾਲੇ ਇੱਕ ਮਹਾਤਮਾ ਸੀਤਲਪੁਰੀ ਸੀਤਲ ਦਾਸ ਜੀ, ਉਹਨਾਂ ਦਾ ਚੇਲਾ ਸੀ ਦਿਆਲ ਦਾਸਪੁਰੀ। ਇਹਨੇ ਸੋਚਿਆ ਵੀ ਗੁਰਾਂ ਦਾ ਬਚਨ ਟਲਣ ਤੋਂ ਨਹੀਂ ਰਹਿ ਸਕਦਾ, ਉੱਜੜ ਜਾਵਾਂਗੇ ਕਿੱਥੇ ਜਾਵਾਂਗੇ ਜੇ ਸਰਹੰਦ ਸਾਰੀ ਉੱਜੜ ਗਈ। ਇਹ ਗੁਰੂ ਸਾਹਿਬ ਕੋਲ ਆਇਆ ਬਖਸ਼ਾਉਣ ਵਾਸਤੇ। ਇਹਨੇ ਆਉਂਦਿਆਂ ਬੇਨਤੀਆਂ ਕੀਤੀਆਂ ਨੇ, ਗੁਰਾਂ ਦਾ ਜਸ ਕੀਤਾ ਇੱਕ ਛੰਦ ਦੇ ਵਿੱਚ ਜਿਹੜਾ ਆਪਾਂ ਕੱਲ ਸੁਣਿਆ ਹੈ ਵੀ ਗੁਰੂ ਸਾਹਿਬ ਦੇ ਗੁਣ ਗਾਉਂਦਿਆਂ ਕਹਿੰਦਾ ਹੈ ਨਮੋ ਪਾਦ ਕੰਜਨ ਗੁਰੂ ਰੂਪ ਸੋਹੇ, ਧਰਿਓ ਈਸ਼ ਅਵਤਾਰ ਕੋ ਲੋਕ ਮੋਹੇ। ਨਹੀਂ ਜਾਣ ਸਾਗੈ ਪ੍ਰਭੂ ਰੂਪ ਤੇਰੋ, ਸਦਾ ਜੈ ਕਿਰਪਾ ਧਾਰ ਹੇਰੋ। ਇਦਾਂ ਬੇਨਤੀਆਂ ਕੀਤੀਆਂ ਇਹਨੇ। ਇਹਦੀ ਅਰਦਾਸ ਸੁਣ ਕੇ ਦੇਵੇ ਹੁਣ ਗੁਰੂ ਸਾਹਿਬ ਜੀ ਇੱਥੇ ਤੁਰਦੇ ਹਨ। ਜਿਵੇਂ ਜਫਰਨਾਮਾ ਲਿਖ ਕੇ ਮਹਾਰਾਜ ਸਾਹਿਬ ਜੀ ਭੇਜਣਗੇ। ਇਹ ਕਥਾ ਅੱਜ ਆਪਾਂ ਸਰਵਣ ਕਰਾਂਗੇ। ਆਓ ਚਿੱਟੀਆਂ ਬਾਜਾਂ ਵਾਲੇ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਨੀਲੇ ਦੇ ਸ਼ਾਹ ਸਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਰੀਏ ਧਿਆਨ। ਆਪਣੀ ਕਲਿਆਣ ਹਿਤ ਸਰਬੱਤ ਦੇ ਭਲੇ ਵਾਸਤੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਛੰਦ ਬਿਨੈ ਪ੍ਰਸ਼ੰਸਾ ਸਾਧਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਿਰਾਜਮਾਨ ਨੇ ਤੇ ਜਿਹੜਾ ਸਾਧੂ ਆਇਆ ਨਾ ਦਿਆਲ ਦਾਸਪੁਰੀ, ਇਹਨੇ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਬੇਨਤੀ ਕੀਤੀ। ਤੇ ਜਦੋਂ ਸਤਿਗੁਰੂ ਸਾਹਿਬ ਨੇ ਆਪਣੀ ਪ੍ਰਸ਼ੰਸਾ ਦੇ ਬਚਨ ਸੁਣੇ ਇਸ ਦੇ ਕੋਲੋਂ, ਇਹਦੇ ਕੋਲੋਂ ਬੇਨਤੀਆਂ ਸੁਣੀਆਂ। ਹੁਣ ਹਸੇ ਕਿਰਪਾਲਾ। ਕਿਰਪਾਲੂ ਮਹਾਰਾਜ ਸੁਣ ਕੇ ਮੁਸਕਰਾਏ ਹਨ। ਦਿਆਲਪੁਰੀ ਕਉ ਕਾਜ ਕਿਆ ਚਲ ਆਏ ਉਤਾਲਾ।
ਮਹਾਰਾਜ ਕਹਿੰਦੇ ਹੇ ਦਿਆਲ ਦਾਸ ਜੀ ਕਿ ਇਹੋ ਜਿਹਾ ਕੰਮ ਪੈ ਗਿਆ ਵੀ ਬੜੀ ਛੇਤੀ ਨਾਲ ਤੁਸੀਂ ਚੱਲ ਕੇ ਸਾਡੇ ਕੋਲ ਆਏ ਹੋ। ਹਾਲਾਂ ਅਸੀਂ ਸਰਹੰਦ ਵੱਲੋਂ ਹੀ ਆਏ ਹਾਂ ਕੁਝ ਦਿਨ ਪਹਿਲਾਂ, ਵੀ ਤੁਸੀਂ ਸਾਡੇ ਮਗਰੇ ਹੀ ਇੱਥੇ ਪਹੁੰਚ ਗਏ ਹੋ, ਇਹੋ ਜਿਹਾ ਕੀ ਕੰਮ ਪੈ ਗਿਆ? ਪਹੁੰਚਿਓ ਜੰਗਲ ਦੇਸ਼ ਮਹਿ ਤਜ ਕਰ ਘਰ ਬਾਰ। ਮੁਸਕਰਾਉਂਦਿਆਂ ਹੱਸਦਿਆਂ ਹੋਇਆਂ ਸਾਹਿਬ ਕਹਿੰਦੇ ਵੀ ਜ਼ਰੂਰ ਦਿਆਲਪੁਰੀ ਜੀ, ਸਾਧੂ ਜੀ, ਕੋਈ ਵੱਡਾ ਹੀ ਕੰਮ ਹੋਵੇਗਾ ਜਿਹੜਾ ਆਪਣਾ ਘਰ-ਬਾਰ ਛੱਡ ਕੇ ਹੀ ਆ ਗਏ ਹੋ। ਨਹੀਂ ਤੇ ਸਾਧੂ ਜਿਹੜੇ ਮਹੰਤ ਹੁੰਦੇ ਨੇ ਉਹਦੇ ਆਪਣਾ ਡੇਰਾ ਹੀ ਨਹੀਂ ਛੱਡਦੇ, ਆਪਣੇ ਟਿਕਾਣੇ ਦੇ ਆਪਣੇ ਆਸਣ ਤੇ ਰਹਿੰਦੇ ਨੇ। ਕਹਿੰਦੇ ਵੀ ਕੋਈ ਤਗੜਾ ਹੀ ਕਾਰਜ ਹੋਵੇਗਾ ਤੈਨੂੰ ਜਿਹੜਾ ਚੱਲ ਕੇ ਸਾਡੇ ਕੋਲ ਆਇਆ ਏ। ਕਹਾਂ ਕਾਮਨਾ ਉਰਪਈ ਕਿਆ ਮਤੋ ਵਿਚਾਰਾ। ਸਤਿਗੁਰੂ ਸਾਹਿਬ ਜੀ ਕਹਿੰਦੇ ਦਿਆਲਪੁਰੀ ਜੀ ਕੀ ਤੁਹਾਡੇ ਦਿਲ ਦੀ ਕਾਮਨਾ ਹੈ? ਤੁਹਾਡੇ ਦਿਲ ਦੇ ਵਿੱਚ ਕੀ ਆਇਆ ਹੈ? ਕੀ ਤੁਸੀਂ ਸੋਚ ਵਿਚਾਰ ਕੇ ਸਾਡੇ ਕੋਲ ਆਏ ਹੋ ਚੱਲ ਕੇ? ਸੁਣਤ ਸਾਧ ਕੋ ਤਿਉ ਬਿਨੈ ਜਹ ਭਾ ਅਤ ਪਾਪਾ। ਸਤਿਗੁਰੂ ਕਲਗੀਧਰ ਮਹਾਰਾਜ ਸਾਹਿਬ ਦੇ ਕੋਲੋਂ ਸੁਣ ਕੇ ਤੇ ਸਾਧੂ ਉਸ ਵੇਲੇ ਬੇਨਤੀ ਦੇ ਸਹਿਤ ਕਹਿਣ ਲੱਗਾ ਵੀ ਸੱਚੇ ਪਾਤਸ਼ਾਹ, ਸਰਹੰਦ ਜਿੱਥੇ ਬਹੁਤ ਵੱਡਾ ਪਾਪ ਹੋਇਆ ਹੈ, ਜਿੱਥੇ ਬਹੁਤ ਵੱਡਾ ਜ਼ੁਲਮ ਹੋਇਆ ਏ, ਸਾਹਿਬ ਜਾਦੇ ਹੱਥ ਕਰੇ ਤਿਸ ਕੋ ਤੁਮ ਸਰਾਪਾ। ਜਿਸ ਸਰਹੰਦ ਸ਼ਹਿਰ ਦੇ ਵਿੱਚ ਤੁਹਾਡੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਸ਼ਹੀਦ ਕਰਨ ਕਰਕੇ ਤੁਸੀਂ ਸਰਹੰਦ ਸ਼ਹਿਰ ਨੂੰ ਮਹਾਰਾਜ ਉੱਜੜ ਜਾਣ ਦਾ ਸ਼ਰਾਪ ਦਿੱਤਾ ਏ। ਤਾਂ ਬਾਸ ਮੇਰੋ ਕਹੈ ਸਿੱਖ ਸੇਵਕ ਕੇ। ਤੇ ਸਤਿਗੁਰੂ ਜੀ ਮੈਂ ਤਾਂ ਚੱਲ ਕੇ ਆਇਆ ਏ ਵੀ ਸਰਹੰਦ ਸ਼ਹਿਰ ਜਿਹੜੀ ਹੈ ਇਹਨੂੰ ਤੁਸੀਂ ਉੱਜੜਨ ਦਾ ਸ਼ਰਾਪ ਦਿੱਤਾ ਏ ਵੀ ਤੁਰਕ ਸਾਰੇ ਉੱਜੜ ਜਾਣਗੇ, ਸਰਹੰਦ ਉੱਜੜ ਜਾਵੇਗੀ, ਪਰ ਉਸੇ ਸਰਹੰਦ ਦੇ ਵਿੱਚ ਸਤਿਗੁਰੂ ਜੀ ਮੇਰਾ ਵੀ ਵਾਸਾ ਏ। ਉਸੇ ਸਰਹੰਦ ਸ਼ਹਿਰ ਦੇ ਵਿੱਚ ਮੇਰੇ ਕਈ ਸਿੱਖ ਸੇਵਕ, ਤੁਹਾਡੇ ਵੀ ਮਹਾਰਾਜ ਕਈ ਸਿੱਖ ਸੇਵਕ ਰਹਿੰਦੇ ਹਨ। ਸੁਣਿਓ ਆਪ ਕੇ ਸਰਾਪ ਕੋ ਧਰ ਕਰ ਡਰਤੇ। ਤੇ ਜਦੋਂ ਉਹਨਾਂ ਨੇ ਸੁਣਿਆ ਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਸਰਾਪ ਦੇ ਦਿੱਤਾ ਹੈ ਸਰਹੰਦ ਨੂੰ, ਇਹ ਗੁਰੂ ਮਾਰੀ ਸਰਹੰਦ ਹੈ ਵੀ ਇਹ ਵਸਦੀ ਨਹੀਂ ਰਹਿ ਸਕਦੀ, ਇਹ ਉੱਜੜ ਜਾਵੇਗੀ। ਇਹ ਤੁਹਾਡਾ ਸਰਾਪ ਦਾ ਵਚਨ ਸਰਹੰਦ ਦੇ ਵਿੱਚ ਰਹਿਣ ਵਾਲੇ ਮੇਰੇ ਸੇਵਕਾਂ ਨੇ, ਤੁਹਾਡੇ ਵੀ ਕੁਝ ਸਿੱਖਾਂ ਨੇ ਜਦੋਂ ਸੁਣਿਆ, ਮੇਰੇ ਆਈ ਕੁਝ ਪਾਸ ਬਹੁ ਤਿਨਹੂ ਕੋ ਪ੍ਰੇਰਾ। ਉਹ ਤਾਂ ਮਹਾਰਾਜ ਸਾਰੇ ਡਰ ਗਏ ਵੀ ਗੁਰੂ ਦਾ ਕਿਹਾ ਹੋਇਆ ਵਚਨ ਕਦੀ ਖਾਲੀ ਨਹੀਂ ਜਾ ਸਕਦਾ, ਵੀ ਜਿੱਥੇ ਬਾਕੀ ਤੁਰਕ ਉੱਜੜਨਗੇ ਸਰਹੰਦ ਉੱਜੜੂਗੀ, ਉਹਦੇ ਵਿੱਚ ਅਸੀਂ ਵੀ ਤਾਂ ਰਹਿੰਦੇ ਆ ਵੀ ਅਸੀਂ ਵੀ ਉੱਜੜ ਜਾਵਾਂਗੇ, ਸਾਡੇ ਘਰ ਘਰ ਸਭ ਉੱਜੜ ਜਾਣਗੇ। ਜਿਸ ਕਰਕੇ ਉਹ ਡਰਦੇ ਹੋਏ ਮਹਾਰਾਜ ਇਕੱਠੇ ਹੋ ਕੇ ਸਾਰੇ ਮੇਰੇ ਡੇਰੇ ਤੇ ਆਏ ਤੇ ਮੈਨੂੰ ਬੇਨਤੀਆਂ ਕੀਤੀਆਂ, ਮੈਨੂੰ ਤੁਹਾਡੇ ਕੋਲ ਆਉਣ ਦੇ ਵਾਸਤੇ ਉਹਨਾਂ ਨੇ ਪ੍ਰੇਰਿਆ ਵੀ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਆਪਣੇ ਆਪ ਨੂੰ ਬਖਸ਼ਾ ਲਈਏ। ਬਖਸ਼ਾ ਵਨਹਿਤ ਸਭ ਕਹਿਓ ਤਜ ਆਇਓ ਡੇਰਾ। ਇਸ ਕਰਕੇ ਮਹਾਰਾਜ ਸਾਰਿਆਂ ਨੇ ਬਖਸ਼ਾਉਣ ਲਈ ਕਿਹਾ ਮੈਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹੋ ਵੀ ਸਤਿਗੁਰੂ ਸਰਹੰਦ ਵਿੱਚ ਤਾਂ ਅਸੀਂ ਵੀ ਰਹਿੰਦੇ ਹਾਂ ਵੀ ਸਾਨੂੰ ਬਖਸ਼ ਦਿਓ। ਤੇ ਬਹੁਤਿਆਂ ਨੇ ਮੈਨੂੰ ਕਹਿ ਕੇ ਆਪ ਜੀ ਦੇ ਪਾਸ ਭੇਜਿਆ ਏ, ਇਸੇ ਕਰਕੇ ਮੈਂ ਆਪਣਾ ਡੇਰਾ ਛੱਡ ਕੇ ਤੁਹਾਡੀ ਸ਼ਰਨ ਦੀਨੇ ਚੱਲ ਕੇ ਆਇਆ ਹਾਂ। ਸ਼ਰਨ ਭਰਿਓ ਮੈਂ ਆਨ ਕਰ ਬਹੁ ਨਰਨ ਸਮੇਤਾ। ਆ ਵੇਖੋ ਮਹਾਰਾਜ ਮੇਰੇ ਨਾਲ ਹੋਰ ਵੀ ਕਿੰਨੇ ਸਰਹੰਦ ਦੇ ਵਾਸੀ ਆਏ ਨੇ, ਇਹਨਾਂ ਸਾਰਿਆਂ ਦੇ ਸਮੇਤ ਮੈਂ ਤੁਹਾਡੀ ਆ ਕੇ ਸ਼ਰਨ ਪੈ ਗਿਆ, ਤੁਹਾਡੇ ਚਰਨ ਪਕੜੇ ਨੇ। ਕਿਰਪਾ ਕਰੋ ਉਤਰੋ ਤਥਾ ਜਿਮ ਰਹਿ ਨਿਕੇਤਾ। ਤੇ ਸਤਿਗੁਰੂ ਜੀ ਸਾਡੀ ਬੇਨਤੀ ਇਹ ਹੈ ਵੀ ਤੁਸੀਂ ਕਿਰਪਾ ਕਰਕੇ ਆਪਣੇ ਮੁਖ ਤੋਂ ਐਸਾ ਵਚਨ ਕਰ ਦਿਓ ਜਿਹਦੇ ਨਾਲ ਸਾਡੇ ਘਰ ਘਾਟ ਬਚੇ ਰਹਿਣ, ਅਸੀਂ ਉੱਜੜਨ ਤੋਂ ਮਹਾਰਾਜ ਜੀ ਬਚ ਜਾਈਏ। ਸੁਣੇ ਨਮਰ ਬਚ ਸਾਧ ਕੇ ਕਰ ਕਿਰਪਾ ਬਖਾਨਾ। ਜਦੋਂ ਸਾਧੂ ਦਿਆਲ ਦਾਸਪੁਰੀ ਦੇ ਬਹੁਤੇ ਨਿਮਰਤਾ ਵਾਲੇ ਬੇਨਤੀ ਵਾਲੇ ਬਚਨ ਕਲਗੀਧਰ ਮਹਾਰਾਜ ਨੇ ਸੁਣੇ ਵੀ ਇਹ ਸਾਡੀ ਸ਼ਰਨ ਆਏ ਨੇ, ਵੀ ਇਹਨਾਂ ਨੂੰ ਵੇਖੋ ਸਾਡੇ ਬਚਨਾਂ ਦੇ ਭਰੋਸਾ ਹੈ ਤਾਂ ਹੀ ਆਏ ਨੇ ਨਾ, ਇਸ ਗੱਲ ਦਾ ਪਤਾ ਹੈ ਵੀ ਜੋ ਅਸੀਂ ਕਹਿੰਦਾ ਵੀ ਉਹ ਪੂਰਾ ਹੋਵੇਗਾ। ਇਹ ਸਾਡੇ ਬਚਨਾਂ ਦੇ ਭਰੋਸਾ ਕਰਕੇ ਆਏ ਨੇ। ਬੇਨਤੀਆਂ ਸੁਣ ਕੇ ਬਹੁਤੀ ਮਹਾਤਮਾ ਦੀ ਨਿਮਰਤਾ ਸੁਣ ਕੇ ਕਲਗੀਧਰ ਸਾਹਿਬ ਜੀ ਨੇ
ਕਿਰਪਾ ਦੇ ਘਰ ਵਿੱਚ ਆ ਕੇ ਬਚਨ ਕੀਤਾ। ਮਿਲਿਓ ਆਨ ਬਖਸ਼ਿਓ ਤੁਝੈ ਪਹੁੰਚਿਓ ਨਿਜ ਥਾਨਾ। ਮਹਾਰਾਜ ਸਾਹਿਬ ਕਹਿੰਦੇ ਹੈ ਸਾਧੂ ਜੀ ਮਿਲਿਓ ਆਨ ਬਖਸ਼ਿਓ ਤੁਝੈ, ਕਹਿੰਦੇ ਜਾ ਤੂੰ ਆ ਕੇ ਮਿਲਿਆ ਨਾ ਗੁਰੂ ਨਾਨਕ ਸਾਹਿਬ ਦਾ ਘਰ ਦਾ ਐਸਾ ਏ ਵੀ ਜਿਹੜਾ ਸ਼ਰਨ ਆਉਂਦਾ ਹੈ ਜੋ ਸ਼ਰਨ ਆਵੈ ਜਿਸ ਕੰਠ ਲਾਵੈ ਇਹੋ ਬਿਰਧ ਸੁਆਮੀ ਸੰਦਾ। ਇਹ ਸੁਭਾਅ ਹੈ ਤੂੰ ਸ਼ਰਨ ਪੈ ਗਿਆ ਏ ਜਾ ਤੈਨੂੰ ਬਖਸ਼ ਦਿੱਤਾ। ਚੜ ਕੋਠੇ ਪਰ ਖਰੇ ਹੋਏ ਲੈ ਸੰਖ ਬਜਾਵੋ। ਸਤਿਗੁਰੂ ਕਹਿੰਦੇ ਵੀ ਤੂੰ ਆਪਣੇ ਘਰੇ ਚਲਾ ਜਾ ਤੇ ਘਰੇ ਜਾ ਕੇ ਤੇ ਕੋਠੇ ਤੇ ਚੜ ਕੇ ਜਿੱਥੇ ਤੇਰਾ ਡੇਰਾ ਹੈ ਨਾ ਸਰਹੰਦ ਦੇ ਵਿੱਚ ਉਹ ਡੇਰੇ ਤੇ ਉਸ ਕੋਠੇ ਤੇ ਖੜੇ ਹੋ ਕੇ ਇੱਕ ਸ਼ੰਖ ਵਜਾ ਚਾਰ ਸਫੇਰੇ ਨੂੰ ਸ਼ੰਖ ਪੂਰਾ। ਜਹ ਜਹ ਤੇਰੀ ਸੇਵਕੀ ਤੈ ਤਿਨੈ ਸੁਨਾਵੋ। ਜਿੱਥੇ ਜਿੱਥੇ ਮਹਾਰਾਜ ਜੀ ਕਹਿੰਦੇ ਵੀ ਤੇਰੀ ਕੋਈ ਸਖੀ ਸੇਵਕੀ ਹੈ ਉਸ ਪਾਸੇ ਨੂੰ ਕਰਕੇ ਜਿਹੜਾ ਸ਼ੰਖ ਵਜਾ ਤੇ ਸ਼ੰਖ ਵਜਾ ਕੇ ਉਹਨਾਂ ਸਾਰਿਆਂ ਨੂੰ ਸੁਣਾ ਦੇ। ਜਹ ਜਹ ਪਹੁੰਚੈ ਸੰਖ ਤੁੜ ਤੈ ਤੈ ਰਹਿ ਬਸ। ਜਿੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਸ਼ੰਖ ਦੀ ਆਵਾਜ਼ ਪਹੁੰਚੇਗੀ ਨਾ ਜਹ ਜਹ ਪਹੁੰਚੈ ਸ਼ੰਖ ਧੁਨ। ਇਹ ਦਿਆਲ ਦਾਸਪੁਰੀ ਜਦੋਂ ਤੂੰ ਕੋਠੇ ਤੇ ਚੜ ਕੇ ਸ਼ੰਖ ਵਜਾਏਗਾ ਨਾ ਸਰਹੰਦ ਸ਼ਹਿਰ ਦੇ ਵਿੱਚ ਤੇ ਜਿੱਥੇ ਜਿੱਥੇ ਤੇਰੀ ਆਵਾਜ਼ ਜਾਵੇਗੀ ਤੈ ਰਹਿ ਬਾਸਾ। ਸਰਹੰਦ ਦੇ ਵਿੱਚ ਉਥੋਂ ਤੀਕਰ ਜਿਹੜੇ ਲੋਕ ਨੇ ਉਹਨਾਂ ਦੇ ਘਰ ਰਹਿ ਜਾਣਗੇ ਉੱਜਣ ਤੋਂ ਬਚ ਜਾਣਗੇ। ਆਪਰ ਪੂਰੀ ਫਿਟ ਕਣ ਕਰੀ ਹੋਏ ਸ਼ਿਗਰ ਬਿਨਛ। ਉਸ ਤੋਂ ਇਲਾਵਾ ਜਿੰਨੀ ਵੀ ਹੋਰ ਪੁਰੀ ਆ ਉਹ ਸਾਰੀ ਹੀ ਮਹਾਰਾਜ ਕਹਿੰਦੇ ਫਟਕਾਰੀ ਗਈ ਆ। ਉਹਨਾਂ ਦਾ ਬੜੀ ਛੇਤੀ ਨਾਸ ਹੋ ਜਾਵੇਗਾ। ਬਾਕੀ ਸਾਰਾ ਸ਼ਹਿਰ ਉੱਜੜ ਜਾਵੇਗਾ। ਜਿੱਥੇ ਸ਼ੰਖ ਦੀ ਆਵਾਜ਼ ਪਹੁੰਚੇਗੀ ਤੇਰੇ ਸ਼ੰਖ ਨੂੰ ਸੁਣਨ ਵਾਲਿਆਂ ਦੇ ਘਰ ਉੱਜਣ ਤੋਂ ਬਚ ਜਾਣਗੇ। ਗਹਿਰੀ ਨੀਵਨ ਕੇਂਦ ਬੜ ਸਭ ਖਾਕ ਮਿਲਾਂਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਿਹੜੀਆਂ ਡੂੰਘੀਆਂ ਡੂੰਘੀਆਂ ਨੀਹਾਂ ਪੱਟ ਕੇ ਉੱਚੇ ਉੱਚੇ ਮਹੱਲ ਉਸਾਰੇ ਨੇ ਨਾ ਤੁਰਕਾਂ ਨੇ ਉਹ ਗਹਿਰੀਆਂ ਡੂੰਘੀਆਂ ਜਿਹੜੀਆਂ ਨੀਵਾਂ ਵਾਲੇ ਘਰ ਨੇ ਉਹ ਸਾਰੇ ਮਿੱਟੀ ਦੇ ਵਿੱਚ ਮਿਲ ਜਾਣਗੇ। ਭਵਿੱਖ ਦੇ ਵਿੱਚ ਇਦਾਂ ਹੀ ਕੀਤਾ ਸੀ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਆਏ ਕੁਝ ਕੁ ਸਾਧ ਸੰਗਤ ਇਮਾਰਤਾਂ ਉਹਨਾਂ ਨੇ ਢਾਹ ਕੇ ਤੇ ਰਾਜ ਕਾਇਮ ਕਰ ਲਿਆ ਤੇ ਬਾਕੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਬਾਬਾ ਜੱਸਾ ਸਿੰਘ ਜੀ ਅਤੇ ਹੋਰ ਗੁਰੂ ਕਾ ਖਾਲਸਾ ਆਇਆ ਉਹਨਾਂ ਨੇ ਬਿਲਕੁਲ ਹੀ ਜਿਹੜੀ ਸਰਹੰਦ ਹੈ ਉਹ ਮਲੀਆ ਮੇਟ ਕਰਤੀ। ਉਹੀ ਚਲਾ ਲਾ ਇਹਦੀ ਜਾਰੀ ਮਲੀਆ ਮੇਟ ਕਰ ਦਿੱਤੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਹੜੀਆਂ ਡੂੰਘੀਆਂ ਡੂੰਘੀਆਂ ਨੀਹਾਂ ਪੱਟ ਕੇ ਵੱਡੇ ਵੱਡੇ ਅਟਾਰੀਆਂ ਘਰ ਬਣਾਏ ਨੇ ਨਾ ਤੁਰਕਾਂ ਨੇ ਇਹ ਦਿਆਲ ਦਾਸ ਜੀ ਸਾਰੇ ਹੀ ਮਿੱਟੀ ਦੇ ਵਿੱਚ ਮਿਲ ਜਾਣਗੇ। ਮੇਰੇ ਖਾਲਸੇ ਮੇਲ ਦੇਣਗੇ। ਨਰ ਨਾਰੀ ਪੀਟਾਂ ਕੋਲੇ ਦੁੱਖ ਪਾਏ ਰੁਲਾਂਗੇ। ਇੱਥੇ ਜੋ ਵੀ ਕਹਿੰਦੇ ਤੁਰਕਾਂ ਦੇ ਨਰ ਨਾਰੀ ਆ ਨਾ ਉਹ ਪਿੱਟਣਗੇ ਕੀਰਨੇ ਪਾਉਣਗੇ ਵੀ ਇਹ ਪਾਪ ਕਾਤੋਂ ਕੀਤਾ। ਦੁੱਖ ਪਾਏ ਰੁਲਾਂਗੇ ਅਤੇ ਦੁੱਖ ਪਾ ਕੇ ਧੂੜ ਦੇ ਵਿੱਚ ਰੁਲ ਜਾਣਗੇ ਘੱਟੀ ਮਿੱਟੀ 'ਚ ਰੁਲਣਗੇ। ਜੈ ਬਾਜ਼ਾਰ ਤੈ ਹਲ ਫਿਰੈ ਮਮ ਪੰਥੀ ਉਜਾਰੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਇਹ ਦਿਆਲ ਦਾਸ ਸਾਧੂ ਜੀ ਜਿੱਥੇ ਸਰਹੰਦ ਦੇ ਵਿੱਚ ਹੁਣ ਵੱਡੇ ਵੱਡੇ ਬਾਜ਼ਾਰ ਦਿਖਦੇ ਨੇ ਨਾ ਇਹ ਸਾਰੇ ਸਰਹੰਦ ਨੂੰ ਇਸ ਤਰ੍ਹਾਂ ਮੇਰਾ ਖਾਲਸਾ ਮਲੀਆ ਮੇਟ ਕਰੂ ਵੀ ਇੱਥੇ ਹਲ ਫਿਰਿਆ ਕਰਨਗੇ। ਮੇਰਾ ਖਾਲਸਾ ਪੰਥ ਇਹਨਾਂ ਨੂੰ ਉਜਾੜ ਦੇਵੇਗਾ। ਜਿੱਥੇ ਸਾਧ ਸੰਗਤ ਜੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਹੁਣ ਜਿਹੜੀ ਕਦੀ ਸੂਬੇ ਸਰਹੰਦ ਦੀ ਕਚਹਿਰੀ ਹੋਇਆ ਕਰਦੀ ਸੀ ਇਹਦੇ ਪਿਛਲੇ ਪਾਸੇ ਨੂੰ ਸੱਜੇ ਬੰਨੇ ਨੂੰ ਬਾਹਰ ਥੋੜਾ ਜਿਹਾ ਜਾਈਏ ਤੇ ਖੇਤ ਨੇ ਤੇ ਉਹ ਜਿਹੜੇ ਖੇਤ ਹਨ ਇਸ ਥਾਂ ਤੇ ਪੁਰਾਣੀ ਸਰਹੰਦ ਵਸਦੀ ਹੁੰਦੀ ਸੀ। ਇਸ ਥਾਂ ਤੇ ਬਾਜ਼ਾਰ ਹੁੰਦੇ ਸਨ ਉਹ ਸਾਰਾ ਕੁਝ ਹੀ ਮਲੀਆ ਮੇੜ ਕਰਤਾ ਖਾਲਸੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਥੋੜੇ ਬਹੁਤ ਢਾਏ ਬਾਕੀ ਰਾਜ ਕਾਇਮ ਕਰਤਾ। ਪਰ ਬਾਅਦ ਦੇ ਵਿੱਚ ਜਦੋਂ ਬਾਬਾ ਜੱਸਾ ਸਿੰਘ ਜੀ ਤੇ ਹੋਰ ਖਾਲਸੇ ਪੰਥ ਦੇ ਜਰਨੈਲ ਗਏ ਇਹਨਾਂ ਨੇ ਫਿਰ ਸਾਰਾ ਕੁਝ ਹੀ ਮਲੀਆ ਮੇੜ ਕਰ ਦਿੱਤਾ ਸੀ। ਤੇ ਅੱਜ ਵੀ ਕਿਤੇ ਮੌਕਾ ਮਿਲੇ ਜਾਓ ਨਾ ਕੋਈ ਸਮਾਂ ਕੱਢ ਕੇ ਤੇ ਫਤਿਹਗੜ੍ਹ ਸਾਹਿਬ ਗੁਰਦੁਆਰੇ ਦੇ ਮਗਰਲੇ ਪਾਸੇ ਜਿਹੜੇ ਖੇਤ ਹਨ
ਉਹਨਾਂ ਖੇਤਾਂ ਦੇ ਵਿੱਚ ਜਦੋਂ ਹੱਲ ਵਾਹੁੰਦੇ ਨੇ ਜ਼ਿਮੀਂਦਾਰ ਕਿਸਾਨ, ਤੇ ਉਹ ਜਿਹੜੀਆਂ ਪੁਰਾਣੀਆਂ ਇੱਟਾਂ ਦੱਬੀਆਂ ਹੋਈਆਂ ਹੱਲਾਂ ਦੇ ਨਾਲ ਉੱਤੇ ਆਉਂਦੀਆਂ, ਤੇ ਉਹ ਇਕੱਠੇ ਕਰ ਕਰਕੇ ਰੋਡ ਬਾਹਰ ਕੱਢਦੇ ਨੇ। ਅੱਜ ਤੀਕਰ ਵੀ ਉਹਨਾਂ ਪੈਲੀਆਂ ਦੇ ਵਿੱਚ ਉਹ ਸਰਹੰਦੀ ਇੱਟਾਂ, ਉਹ ਰੋਡ ਦਿਖਦੇ ਨੇ। ਜੇ ਕੋਈ ਸਿੱਖ ਆਪ ਜਾ ਕੇ ਵੇਖੇ ਤੇ ਉਹਨੂੰ ਸਾਰਾ ਪ੍ਰਤੱਖ ਨੂੰ ਪ੍ਰਮਾਣ ਕੀ ਪਤਾ ਲੱਗ ਜਾਵੇਗਾ। ਭਾਵ ਕਹਿਣ ਤੋਂ ਇਹ ਹੈ ਵੀ ਇੱਥੇ ਸਤਿਗੁਰਾਂ ਜੋ ਕਿਹਾ ਏ ਉਹ ਹੋ ਰਿਹਾ ਏ ਤੇ ਹੋਇਆ ਏ। ਸਤਿਗੁਰੂ ਕਹਿੰਦੇ ਜਿਹੜੇ ਵੱਡੇ ਵੱਡੇ ਬਾਜ਼ਾਰ ਬਣੇ ਨੇ, ਇੱਥੇ ਖੇਤਾਂ 'ਚ ਹਲ ਵਗਿਆ ਕਰਨਗੇ। ਭਾਵ ਕਿ ਇਹ ਧਰਤੀ ਵਾਹਿਆ ਕਰਨਗੇ ਜ਼ਿਮੀਂਦਾਰ ਮੇਰੇ ਸਿੱਖ, ਇੱਥੇ ਬਾਜ਼ਾਰ ਨਹੀਂ ਕੋਈ ਰਹੂਗਾ। ਤੇ ਹੁਣ ਉਹ ਸਰਹੰਦ ਦੀ ਜਿਹੜੀ ਵਸੋਂ ਸੀ, ਉਸ ਥਾਂ ਤੇ ਖੇਤ ਬਣੇ ਨੇ, ਤੇ ਪੈਲੀਆਂ ਜਿਹੜੀਆਂ ਹਨ ਉੱਚੀਆਂ ਨੀਵੀਆਂ ਜਿਵੇਂ ਕਿਵੇਂ ਥਾਂ ਸੀ, ਖੱਤੇ ਬਣੇ ਹਨ, ਤੇ ਉਹਨਾਂ 'ਚ ਹਲ ਵਗਦੇ ਨੇ ਤੇ ਰੋਡ ਵੀ ਨਿਕਲਦੇ ਨੇ। ਜਦੋਂ ਹਲ ਵਗਦਾ ਹੈ ਕੋਈ ਨਾ ਕੋਈ ਇੱਟ ਥੱਲਿਓਂ ਡੂੰਘੀ ਨਿਕਲ ਹੀ ਆਉਂਦੀ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਦੋਂ ਦਿਆਲਦਾਸਪੁਰੀ ਨੂੰ ਦੀਨੇ ਬੈਠ ਕੇ ਬਚਨ ਕਹੇ ਸਨ ਵੀ ਬਾਜ਼ਾਰ ਵਾਲੇ ਥਾਂ ਤੇ ਹਲ ਵਗਿਆ ਕਰਨਗੇ, ਮੇਰਾ ਪੰਥ ਇਹ ਗੁਰੂ ਮਾਰੀ ਸਰਹੰਦ ਨੂੰ ਉਜਾੜ ਕੇ ਰੱਖ ਦੇਵੇਗਾ, ਇਸ ਨੂੰ ਖਤਮ ਕਰ ਦੇਵੇਗਾ। ਤੁਰਤ ਤੁਰਕ ਕੋ ਗਰਕ ਕਰ ਲੁੱਟੈ ਅਰ ਮਾਰ। ਤੁਰੰਤ ਹੀ ਕਹਿੰਦੇ ਤੁਰਕਾਂ ਨੂੰ ਗਰਕ ਕਰਕੇ ਇਸ ਸ਼ਹਿਰ ਨੂੰ ਲੁੱਟ ਲੈਣਗੇ, ਦੁਸ਼ਟਾਂ ਨੂੰ ਮਾਰ ਦੇਣਗੇ। ਜਦੋਂ ਸਾਧ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਆਏ, ਸਰਹੰਦ ਤੇ ਵਜੀਦੇ ਨੂੰ ਢੱਗਿਆਂ ਦੇ ਪਿੱਛੇ ਪਾ ਕੇ ਧੋਇਆ। ਜਦੋਂ ਅੱਧ ਮੋਇਆ ਜਿਹਾ ਹੋ ਗਿਆ, ਇੱਕ ਦਰਖਤ ਦੇ ਥੱਲੇ ਪੁੱਠਿਆਂ ਬੰਨ ਕੇ ਇਹਨੂੰ ਲਮਕਾ ਕੇ ਤੇ ਅੱਗ ਵਿੱਚ ਜਿਉਂਦਿਆਂ ਸਾੜ ਕੇ ਮਾਰਿਆ ਸੀ। ਕਲਗੀਧਰ ਸਾਹਿਬ ਜੀ ਨੇ ਕਿਹਾ ਸੀ ਵੀ ਇਹ ਤੁਰੰਤ ਹੀ ਤੁਰਕਾਂ ਨੂੰ ਗਰਕ ਕਰਨਗੇ ਮੇਰੇ ਖਾਲਸੇ। ਤੇ ਗੁਰੂ ਕੇ ਖਾਲਸੇ ਨੇ ਗਰਕ ਕੀਤਾ, ਗੁਰੂ ਕੇ ਖਾਲਸੇ ਨੇ ਤੁਰਕਾਂ ਦਾ ਉਜਾੜਾ ਕੀਤਾ। ਉੱਥੇ ਇੱਕ ਧਰਮ ਅਸਥਾਨ ਹੈ ਮੁਸਲਮਾਨਾਂ ਦਾ, ਭਾਵੇਂ ਕਿ ਉਹ ਜਿਹੜਾ ਬੰਦਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵਿਰੋਧੀ ਵੀ ਰਿਹਾ, ਪਰ ਫਿਰ ਵੀ ਉਹ ਸਥਾਨ ਨੂੰ ਨਹੀਂ ਢਾਇਆ। ਉਹ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਖੱਬੇ ਪਾਸੇ ਥੋੜੀ ਦੂਰੀ ਤੇ ਹਾਲਾਂ ਵੀ ਬਣਿਆ, ਤੇ ਬਾਹਰ ਜਿਹੜੇ ਮਕਬਰੇ ਬਣੇ ਨੇ ਜਿੱਥੇ ਕੋਈ ਮੁਸਲਮਾਨ ਕੋਈ ਨਵਾਜ਼ ਪੜ੍ਹਦੇ, ਉਹ ਵੀ ਨਹੀਂ ਢਾਏ। ਉਹ ਤੋਂ ਇਲਾਵਾ ਖਾਲਸੇ ਨੇ ਸਾਰਾ ਕੁਝ ਪੁਰਾਣੀ ਸਰਹੰਦ ਦਾ ਢਾਹ ਕੇ ਮਲੀਆ ਮੇਟ ਕਰਤਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹ ਮੇਰਾ ਖਾਲਸਾ ਇਹਨਾਂ ਨੂੰ ਮਾਰੇਗਾ, ਲੁੱਟੇਗਾ, ਗਰਕ ਕਰੇਗਾ। ਰਹਿ ਚਿੰਨ ਕਿਤ ਕਿਤ ਪਰ ਨੈ ਸਦਨ ਦਿਖਾਂਗੇ। ਕਿਤੇ ਕਿਤੇ ਕਹਿੰਦੇ ਚਿੰਨ ਨਿਸ਼ਾਨੀਆਂ ਦਿਖਾਈ ਦੇਣਗੀਆਂ, ਬਾਕੀ ਹੋਰ ਸਾਰਾ ਕੁਝ ਜੋ ਵੀ ਘਰ ਆਦਿਕ ਨੇ ਉਹ ਨਹੀਂ ਦਿਖਣਗੇ। ਵਾਕਈ ਪੁਰਾਣੇ ਘਰ ਨਹੀਂ, ਬਸ ਕੁਝ ਨਿਸ਼ਾਨੀਆਂ ਦਿਖਦੀਆਂ ਨੇ। ਜਿਹੜੇ ਕੋਈ ਧਾਰਮਿਕ ਸਥਾਨ ਮੁਸਲਮਾਨਾਂ ਦੇ ਉਹ ਮਹਾਰਾਜ ਦੇ ਖਾਲਸੇ ਨੇ ਛੱਡੇ ਨੇ, ਉਹ ਨਿਸ਼ਾਨੀਆਂ ਦਿਖਦੀਆਂ ਨੇ ਵੀ ਇਹ ਸਰਹੱਦ ਦੀਆਂ ਨਿਸ਼ਾਨੀਆਂ ਨੇ। ਉਸ ਤੋਂ ਇਲਾਵਾ ਕੋਈ ਘਰ ਨਹੀਂ ਮਹਾਰਾਜ ਕਹਿੰਦੇ ਦਿਖੇਗਾ। ਪਰੇ ਆਪ ਦਾ ਭੀਖਣਾ ਤਬ ਸਰਬ ਲਖਾਂਗੇ। ਬਹੁਤ ਭਾਰੀ ਆ ਕੇ ਆਪਦਾ ਵਿਪਤਾ ਪਵੇਗੀ ਇਹਨਾਂ ਸਰਹੰਦੀਆਂ ਦੇ ਉੱਤੇ। ਫੇਰ ਇਹ ਵੇਖਣਗੇ, ਫੇਰ ਇਹਨਾਂ ਨੂੰ ਪਤਾ ਲੱਗੇਗਾ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਕੀ ਫਲ ਮਿਲਿਆ ਏ। ਉਹ ਡਿੱਗ ਰਹਿ ਬਾਜ਼ਾਰ ਇੱਕ ਸਾਧ ਸੰਗਤ ਜੀ ਇਹ ਵੀ ਜ਼ਿਕਰ ਮਿਲਦਾ ਏ ਵੀ ਜਦੋਂ ਸਾਹਿਬਜ਼ਾਦਿਆਂ ਦਾ ਸਥਾਨ ਬਣਿਆ ਹੈ ਨਾ, ਤੇ ਆਪਾਂ ਬਹੁਤ ਜਿਹੜੇ ਨੇ ਨਹੀਂ ਇਹ ਸਮਝ ਰੱਖਦੇ ਵੀ ਉਹ ਸਥਾਨ ਪਹਿਲੀ ਵਾਰ ਕਿਹਨੇ ਬਣਾਇਆ। ਕਹਿੰਦੇ ਪਹਿਲੀ ਵਾਰ ਜਿਹੜਾ ਸਥਾਨ ਹੈ, ਕਿਉਂਕਿ ਸ਼ਹੀਦ ਸਿੰਘ ਉੱਥੇ ਆਉਣ ਲੱਗ ਪਏ, ਸ਼ਹੀਦੀ ਫੌਜਾਂ ਬਹੁਤ ਆ ਕੇ ਸਰਹੰਦ ਉੱਜੜਨ ਤੋਂ ਪਹਿਲਾਂ ਹੀ ਤੰਗ ਕਰਨ ਲੱਗ ਗਈਆਂ, ਤੇ ਜਿਹੜਾ ਸੂਬਾ ਸੀ ਸਰਹੰਦ ਦਾ ਇਹ ਬਹੁਤ ਡਰਿਆ। ਇਹਨੇ ਪੁੱਛਿਆ ਕਿ ਕੀ ਕਰਨਾ ਚਾਹੀਦਾ। ਉਹ ਕਹਿੰਦਾ ਬੜਾ ਜ਼ੁਲਮ ਹੋਇਆ ਹੈ, ਗੁਰੂ ਦੇ ਲਾਲ ਸ਼ਹੀਦ ਕੀਤੇ, ਜਿੱਥੇ ਸ਼ਹੀਦ ਕੀਤੇ ਹੀ ਜਿੱਥੇ ਖੂਨ ਰੁੜਿਆ ਹੈ ਉਹਨਾਂ ਦਾ, ਉੱਥੇ ਉਹਨਾਂ ਦੀ ਕੋਈ ਯਾਦਗਾਰ ਬਣਾ ਦੇ। ਤੇ ਸਾਧ ਸੰਗਤ ਸਾਹਿਬਜ਼ਾਦਿਆਂ ਨੇ ਪਹਿਲੀ ਯਾਦਗਾਰ ਵੀ ਆਪਣੀ ਉਸ ਦੁਸ਼ਟ ਦੇ ਹੱਥੋਂ ਬਣਾਈ, ਡਰਦੇ ਨੇ ਬਣਾਈ, ਮੱਥਾ ਟੇਕਿਆ ਜਿਨ੍ਹਾਂ ਨੂੰ ਸ਼ਹੀਦ ਕੀਤਾ ਸੀ। ਵਜੀਦੇ ਨੇ ਸਭ ਤੋਂ ਪਹਿਲਾਂ ਆਪਣੇ ਹੱਥੀਂ ਉਹ ਸਾਹਿਬਜ਼ਾਦਿਆਂ ਦੀ ਯਾਦਗਾਰ ਕਾਇਮ ਕੀਤੀ, ਡਰਦੇ ਨਹੀਂ। ਉਹਨਾਂ ਸ਼ਹੀਦਾਂ ਸਿੰਘਾਂ ਦੀਆਂ ਡਾਂਗਾਂ ਤੋਂ ਡਰਦੇ ਆ, ਸਿੰਘਾਂ ਦੇ ਲਹੂ ਤੋਂ ਡਰਦੇ ਆ, ਉਹਨਾਂ ਸੂਰਮਿਆਂ ਦੇ ਪ੍ਰਤਾਪ ਤੋਂ ਡਰਦੇ ਆ। ਐਸਾ ਗੁਰੂ ਕੇ ਖਾਲਸੇ ਦਾ ਪ੍ਰਤਾਪ ਹੈ। ਸਤਿਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹ ਸਾਰੇ ਗਰਕ ਹੋ ਜਾਣਗੇ, ਫਿਰ ਇਹਨਾਂ ਨੂੰ ਪਤਾ ਲੱਗੇਗਾ। ਵੱਡੇ ਘਰ ਹੈ ਬਾਜ਼ਾਰ ਇੱਕ ਹੈ ਅਪਰੇ ਉਜਾਰਾ। ਆ ਦਿਆਲਦਾਸ ਜਿੱਥੇ ਤੂੰ ਸ਼ੰਖ ਵਜਾਏਗਾ ਨਾ, ਤੇਰੇ ਨੇੜੇ ਦਾ ਇੱਕ ਬਾਜ਼ਾਰ ਰਹਿ ਜਾਊਗਾ, ਬਾਕੀ ਸਾਰਾ ਹੀ ਉੱਜੜ ਜਾਵੇਗਾ, ਮੇਰਾ ਪੰਥ ਉਜਾੜੇਗਾ। ਮਾਰ ਲੂਟ ਪਲਟਾਰ ਹੈ ਵੱਡ ਪੰਥ ਹਮਾਰਾ। ਇੱਥੋਂ ਦੇ
ਹਾਕਮ ਨੇ ਇਹਨਾਂ ਨੂੰ ਮਾਰ ਕੇ ਲੁੱਟ ਕੇ ਮੇਰਾ ਜਿਹੜਾ ਖਾਲਸਾ ਪੰਥ ਪ੍ਰਗਟ ਹੋਇਆ ਇਹ ਪਲਟਾ ਬਦਲਾ ਲਵੇਗਾ। ਤੇ ਜਿਹੜਾ ਬਦਲਾ ਲੈਂਦੇ ਨੇ ਇਹ ਸੂਰਮਿਆਂ ਦਾ ਧਰਮ ਹੈ। ਕਈ ਲੋਕ ਡਰਪੋਕ ਜਿਹੜੇ ਹੁੰਦੇ ਉਹ ਕਹਿੰਦੇ ਨਹੀਂ ਜੀ ਅਸੀਂ ਨਹੀਂ ਐਸੀਆਂ ਗੱਲਾਂ ਚਾਹੁੰਦੇ, ਪਰ ਬਦਲਾ ਲੈਣਾ ਪਲਟਾ ਲੈਣਾ ਇਹ ਸਾਧ ਸੰਗਤ ਸੂਰਮਿਆਂ ਦਾ ਕੰਮ ਹੁੰਦਾ ਹੈ, ਅਣਖੀ ਯੋਧਿਆਂ ਦਾ ਕੰਮ ਹੁੰਦਾ ਹੈ। ਸੂਬੇ ਸਰਹੰਦ ਵਰਗਿਆਂ ਨੂੰ ਮਾਰ ਕੇ ਸਰਹੰਦ ਨੂੰ ਦੋ ਰਾਂ ਉਜਾੜ ਕੇ ਇੱਕ ਰਾਂ ਬਿਲਕੁਲ ਮੜੀਆ ਮੇੜ ਕਰਕੇ ਤੇ ਖਾਲਸੇ ਨੇ ਪਲਟਾ ਲਿਆ, ਬਦਲਾ ਲਿਆ। ਇਹ ਸਰਹੰਦ ਜਿਹੜੀ ਹੈ ਉਹ ਫਤਿਹਗੜ੍ਹ ਫਤਿਹ ਦਾ ਕਿਲਾ ਬਣ ਗਿਆ। ਗੁਰੂ ਮਾਰੀ ਸਰਹੰਦ ਜਿਹੜੀ ਸੀ ਉੱਤੇ ਨੀਲੇ ਨਿਸ਼ਾਨ ਝੁੱਲੇ ਤੇ ਉਹ ਫਤਿਹਗੜ੍ਹ ਸਾਹਿਬ ਬਣ ਗਿਆ। ਮਹਾਰਾਜ ਕਹਿੰਦੇ ਮੇਰਾ ਖਾਲਸਾ ਬਦਲਾ ਲਵੇਗਾ। ਦਿਆਲਪੁਰੀ ਸੁਣ ਦਿਆਲ ਤੇ ਪੁਨ ਮਸਤਕ ਟੇਕ। ਜਦੋਂ ਦਿਆਲਪੁਰੀ ਨੇ ਸੁਣਿਆ ਵੀ ਮਹਾਰਾਜ ਕਹਿੰਦੇ ਸ਼ੰਖ ਵਜਾ ਦੇ, ਜਿੱਥੇ ਜਿੱਥੇ ਤੇਰੇ ਸੇਵਕ ਨੇ ਉਹਨਾਂ ਨੂੰ ਵਜਾ ਕੇ ਸੁਣਾ ਦੇ, ਉਹ ਬਚ ਜਾਣਗੇ, ਬਾਕੀ ਸਰਹੰਦ ਨਹੀਂ ਬਚੇਗੀ। ਇਹ ਮਹਾਰਾਜ ਦੇ ਬਚਨ ਸੁਣ ਕੇ ਬਹੁਤ ਖੁਸ਼ ਹੋਇਆ। ਧੰਨ ਗੁਰੂ ਪੂਰਨ ਪੁਰਖ ਤੁਮ ਜਲਦ ਬਵੇਗਾ। ਮੱਥਾ ਟੇਕ ਕੇ ਦਿਆਲਪੁਰੀ ਸਾਧੂ ਕਹਿਣ ਲੱਗਾ ਮਹਾਰਾਜ ਧੰਨ ਹੋ ਤੁਸੀਂ ਪੂਰਨ ਹੋ, ਪਰਮੇਸ਼ਰ ਹੋ, ਗਿਆਨ ਦੇ ਸਮੁੰਦਰ। ਆਗਿਆ ਲੈ ਕਰ ਆਨੰਦ ਤਰ ਨਿਜ ਪੁਰਖ ਆਇਓ। ਮਹਾਰਾਜ ਦੀ ਆਗਿਆ ਲੈ ਕੇ ਬਹੁਤਾ ਆਨੰਦ ਕਾ ਧਾਰ ਕੇ ਵੀ ਚਲੋ ਵੀ ਮੇਰੇ ਸਿੱਖ ਸੇਵਕ ਤੇ ਮੈਂ ਬਚ ਗਿਆ, ਵੀ ਬਖਸ਼ ਦਿੱਤੇ। ਮਹਾਰਾਜ ਨੇ ਕੁਝ ਆਗਿਆ ਲੈ ਕੇ ਸਰਹੰਦ ਨੂੰ ਆਪਣੇ ਨਗਰ ਨੂੰ ਆ ਗਿਆ। ਚੜ੍ਹ ਕੋਠੇ ਪਰ ਉੱਚ ਤੁਨ ਲੈ ਸੰਖ ਵਜਾਇਓ। ਆਏ ਜਿਸ ਵੇਲੇ ਐਨ ਬਿਲਕੁਲ ਸ਼ਾਂਤੀ ਹੁੰਦੀ ਨਾ ਵੀ ਆਵਾਜ਼ ਦੂਰ ਤਾਈਂ ਸੁਣਾਈ ਦਵੇ, ਉਹ ਸਵੇਰ ਦਾ ਸਮਾਂ ਕਹਿ ਲਓ ਅੰਮ੍ਰਿਤ ਵੇਲਾ, ਉਦੋਂ ਬਿਲਕੁਲ ਐਨ ਟਿਕਾਓ ਹੁੰਦਾ ਹੈ। ਉਦੋਂ ਉੱਚੇ ਕੋਠੇ ਤੇ ਚੜ੍ਹ ਕੇ ਤੇ ਇਹਨੇ ਸ਼ੰਖ ਵਜਾਇਆ। ਸ਼ੰਖ ਬੜੀ ਉੱਚੀ ਧੁਨ ਦੇ ਵਿੱਚ ਚਾਰ ਸਵੇਰੇ ਆਪਣੇ ਸੇਵਕਾਂ ਨੂੰ ਸੁਣਾਇਆ। ਜੈ ਜੈ ਨਾਰਜਿਤ ਕਿਤ ਸੁਨੀ ਸੋ ਅਬਲੇ ਪਾਸਾ। ਤੇ ਜਿੱਥੇ ਕਿਤੇ ਵੀ ਕਹਿੰਦੇ ਜਿਨ੍ਹਾਂ ਲੋਕਾਂ ਨੇ ਉਹ ਸ਼ੰਖ ਵੱਜਦੇ ਦੀ ਆਵਾਜ਼ ਸੁਣੀ, ਜਦੋਂ ਇਹਨੇ ਸ਼ੰਖ ਪੂਰਿਆ ਤੇ ਕਵੀ ਸੰਤੋਖ ਸਿੰਘ ਜੀ ਉਹ ਗਾਹੀ ਦਿੰਦੇ ਨੇ ਆਪਣੇ ਸਮੇਂ ਦੀ, ਕਹਿੰਦੇ ਉੱਥੇ ਹੁਣ ਤੀਕਰ ਵੀ ਲੋਕਾਂ ਦਾ ਨਿਵਾਸ ਹੈ, ਹੁਣ ਤੀਕਰ ਵੀ ਉਹ ਵਿਰਲੇ ਟਾਵੇਂ ਪੁਰਾਣੇ ਘਰ ਵਸਦੇ ਹਨ। ਕਈ ਕੌਸਲ ਪੁਰ ਵਡੋ ਗੁਰ ਸਰਾਪ ਬਿਨਾਛਾ। ਕਈ ਕੋਹ ਤੀਕਰ ਕਹਿੰਦੇ ਵੱਡਾ ਪੁਰ ਸੀ, ਇੱਕ ਪੂਰਾ ਸਾਧ ਸੰਗਤ ਸਟੇਟ ਸੀ ਸਰਹੰਦ, ਇੱਕ ਪੂਰਾ ਸੂਬਾ ਕਹਾਉਂਦਾ ਸੀ ਬਹੁਤ ਵੱਡਾ ਇਹ ਸੂਬਾ ਸੀ। ਪਰ ਜਿਸ ਵੇਲੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਤਾਂ ਲਿਖਿਆ ਇਹ ਕਵੀ ਨੇ, ਇਸਕੇ ਬਾਅਦ ਹੋਈ ਥੋੜੀ ਹੀ ਦੇਰ ਥੀ ਕਿ ਬਸਤੀ ਸਰਹੰਦ ਸ਼ਹਿਰ ਈਟੋਂ ਕਾ ਢੇਰ ਥੀ। ਵੀ ਵਸਦਾ ਹੋਇਆ ਸਰਹੰਦ ਇੱਟਾਂ ਦਾ ਢੇਰ ਬਣ ਕੇ ਰਹਿ ਗਿਆ ਸਾਹਿਬਜ਼ਾਦਿਆਂ ਦੇ ਪਾਪ ਕਮਾਉਣ ਕਰਕੇ। ਕਵੀ ਜੀ ਕਹਿੰਦੇ ਬਾਕੀ ਸਾਰੇ ਉਜੜ ਗਏ, ਪਰ ਕਈ ਕੋਹਾਂ ਤੀਕਰ ਜਿਹੜਾ ਨਗਰ ਸੀ ਉਹਦੇ ਵਿੱਚ ਕੁਝ ਬਾਕੀ ਰਹੇ। ਗੁਰੂ ਕਲਗੀਧਰ ਮਹਾਰਾਜ ਦੇ ਸਰਾਫ ਨੇ ਸਾਰਾ ਸਰਹੰਦ ਨਾਸ਼ ਕਰਕੇ ਰੱਖ ਦਿੱਤਾ। ਪਹੁੰਚੀ ਸੁਧ ਤੁਰ ਕਾਨ ਟਿਕ ਗੁਰ ਸ਼ਰਾਪ ਵੀ ਉਚਾਰਾ। ਆਏ ਦਿਆਲਦਾਸ ਨੇ ਇਦਾਂ ਕੀਤਾ ਵੀ ਆਪਣੇ ਸੇਵਕ ਬਚਾ ਲਏ, ਆਪਣਾ ਡੇਰਾ ਬਚਾ ਲਿਆ। ਪਰ ਉਧਰ ਜਿਹੜੇ ਸਰਹੰਦ ਵਿੱਚ ਹਾਕਮ ਰਹਿੰਦੇ ਸੀ ਉਹਨਾਂ ਨੂੰ ਵੀ ਖਬਰ ਗਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਾਪ ਦਿੱਤਾ ਏ ਵੀ ਇਹ ਜਿਹੜਾ ਸਾਰਾ ਸਰਹੰਦ ਸ਼ਹਿਰ ਹੈ ਇਹ ਉੱਜੜ ਜਾਵੇਗਾ। ਅਬ ਕਾਂਗੜਪੁਰ ਥਿਰ ਪਏ ਕਰ ਜੰਗ ਅਖਾਰਾ। ਵਜ਼ੀਰ ਖਾਨ ਨੂੰ ਪਤਾ ਲੱਗਾ ਹੈ ਵੀ ਇਸ ਵੇਲੇ ਮਹਾਰਾਜ ਦੀਨੇ ਕਾਂਗੜ ਆ ਕੇ ਟਿਕੇ ਨੇ ਜਿਨ੍ਹਾਂ ਨੇ ਸਾਡੇ ਨਾਲ ਜੰਗ ਕੀਤੇ ਹਨ। ਕਈ ਲੱਖ ਦਲ ਸੁਬਟ ਮੈਂ ਕਰ ਕਹਿ ਕਮਸਾਨਾ। ਜਦੋਂ ਪਤਾ ਲੱਗਿਆ ਤੇ ਤੁਰਕਾਂ ਨੇ ਮੀਟਿੰਗ ਸੱਦ ਲਈ, ਤਾਂ ਹੋ ਗਏ ਇਕੱਠੇ ਸਾਰੇ ਸੂਬਾ ਸਰਹੰਦ ਦੀ ਕਚਹਿਰੀ 'ਚ ਵੀ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਈ ਲੱਖ ਸਾਡੇ ਸੂਰਮੇ ਮਾਰੇ ਜੰਗ ਦੇ ਅੰਦਰ। ਪਰੇ ਸ਼ੋਕ ਸਭ ਦੇਸ਼ ਮਹਿ ਲਾਖੋਂ ਰਿਪਾਨਾ। ਸਾਰੇ ਦੇਸ਼ ਦੇ ਵਿੱਚ ਸੋਗ ਪੈ ਗਿਆ, ਕਿੰਨੇ ਸਾਡੇ ਕਹਿੰਦੇ ਵੀ ਜਵਾਨ ਮਾਰ ਦਿੱਤੇ ਗੁਰੂ ਮਹਾਰਾਜ ਦੇ ਗੁਰੂ ਕੇ ਸਿੱਖਾਂ ਨੇ। ਤੇਰੇ ਉਹ ਨਿਕਟ ਪੇੜ ਤਰਾਸ ਹੋਵੇ ਜਾਟਣ ਕੇ ਗ੍ਰਾਮਾਂ। ਪਰ ਫੇਰ ਵੀ ਕਹਿੰਦੇ ਵੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਵੀ ਸਾਡੇ ਇੰਨੀਆਂ ਫੌਜਾਂ ਮਾਰ ਮੁਕਾ ਕੇ ਤੇ ਸਰਹੰਦ ਦੇ ਨੇੜੇ ਹੀ ਜੱਟਾਂ ਦੇ ਪਿੰਡ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਵਸ ਰਹੇ ਵੀ ਕੋਈ ਡਰ ਹੀ ਨਹੀਂ ਹੈ, ਕਿਸੇ ਤਰ੍ਹਾਂ ਦਾ ਭੈ ਹੀ ਨਹੀਂ ਹੈ ਵੀ ਸਰਹੰਦ ਦੇ ਨੇੜੇ ਵਸ ਰਹੇ ਨੇ। ਦੁਰਗ ਨਹੀਂ ਸੈਨਾ ਨਹੀਂ ਤਨ ਨਾਹੇ ਨਾ ਧਾਮਾ। ਪਰ ਤੁਰਕਾਂ ਨੇ ਸੂਹੀਆਂ ਨੇ ਕਿਹਾ ਵਜ਼ੀਰ ਖਾਨ ਜੀ ਨਾ ਤਾਂ ਗੁਰੂ ਦੇ ਕੋਲ ਹੁਣ ਕੋਈ ਕਿਲਾ ਹੈ,
ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਕੋਈ ਫੌਜ ਹੈ ਤੇ ਨਾ ਹੀ ਬਹੁਤਾ ਕੋਈ ਧਨ ਹੈ, ਕੋਈ ਮਾਇਆ ਹੈ। ਸੁਣ ਕੇ ਖਾਨ ਵਜੀਦ ਤਬ ਲਿਖ ਪੱਤਰ ਪਠਾਵਾ। ਜਦੋਂ ਸੁਣਿਆ ਵੀ ਨਾ ਕਿਲਾ, ਨਾ ਫੌਜ, ਨਾ ਧਨ, ਨਾ ਕੋਈ ਘਰ ਬਾਰ, ਤੇ ਫੇਰ ਵੀ ਗੁਰੂ ਸਾਡੇ ਤੋਂ ਡਰਦਾ ਨਹੀਂ, ਦੀਨੇ ਉਤਰਿਆ ਏ। ਇਹ ਸੁਣ ਕੇ ਵਜੀਦ ਖਾਨ ਨੇ ਇੱਕ ਚਿੱਠੀ ਲਿਖੀ ਉਸ ਵੇਲੇ। ਭਉ ਲਖਮੀਰ ਸ਼ਮੀਰ ਤੂੰ ਔਰ ਡਰ ਨਹਿ ਪਾਵਾ। ਆ ਲਖਮੀਰ ਤੇ ਸ਼ਮੀਰ ਚੌਧਰੀ ਨੂੰ ਇਹਨਾਂ ਨੂੰ ਪੱਤਰਕਾ ਲਿਖ ਕੇ ਵਜ਼ੀਰ ਖਾਨ ਨੇ ਭੇਜੀ ਹੈ ਵੀ ਇਹ ਲਖਮੀਰ ਸ਼ਮੀਰ ਤੁਹਾਡੇ ਦਿਲ ਦੇ ਵਿੱਚ ਥੋੜਾ ਬਹੁਤ ਵੀ ਸਰਕਾਰ ਦਾ ਡਰ ਨਹੀਂ ਹੈ, ਤੁਸੀਂ ਸਾਡਾ ਕੋਈ ਭੈ ਨਹੀਂ ਮੰਨਦੇ। ਪਤਸ਼ਾਹੀ ਬੰਤਾ ਤੋਹੀ ਗੁਰ ਦੁਸ਼ਮਨ ਸ਼ਾਹੂ। ਵੀ ਤੂੰ ਸ਼ਮੀਰ ਤੂੰ ਵੀ ਤੇ ਪਾਤਸ਼ਾਹੀ ਬੰਦਾ ਹੈ ਨਾ, ਚੌਧਰੀ ਹੈ, ਸਰਕਾਰ ਦੇ ਥੱਲੇ ਹੀ ਆਉਣਾ ਹੈ, ਔਰੰਗਜ਼ੇਬ ਦਾ ਨੌਕਰ ਹੀ ਹੈ ਤੇ ਪਾਤਸ਼ਾਹੀ ਬੰਦਾ ਹੋ ਗਏ ਸਰਕਾਰ ਦਾ, ਤੇ ਜਿਹੜਾ ਦੁਸ਼ਮਣ ਹੈ ਔਰੰਗਜ਼ੇਬ ਦਾ ਗੁਰੂ ਗੋਬਿੰਦ ਸਿੰਘ ਸਾਹਿਬ। ਕਹਿਦੀ ਜੈ ਹਮਕੋ ਅਬ ਬੈਠਿਓ ਤੁਮ ਪਾਹੋ। ਉਸ ਗੁਰੂ ਗੋਬਿੰਦ ਸਿੰਘ ਨੂੰ ਤੂੰ ਕਹਿੰਦੇ ਵੀ ਆਪਣੇ ਕੋਲ ਰੱਖਿਆ, ਉਹਨਾਂ ਦੀ ਸੇਵਾ ਕਰਦਾ, ਹਾਲਾਂ ਵੀ ਆਪਣੀ ਭੁੱਲ ਸੁਧਾਰ ਲੈ। ਵੀ ਜਿੱਥੇ ਵੀ ਹੈਗਾ ਇਹ ਚਿੱਠੀ ਪੜ੍ਹਦੇ ਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਲੈ, ਕੈਦ ਵਿੱਚ ਕਰ ਲੈ, ਇਹ ਨਾ ਹੋਵੇ ਵੀ ਕਿਤੇ ਉਹ ਹੋਰ ਚਲੇ ਜਾਣ ਉੱਥੋਂ ਉੱਠ ਕੇ। ਨਾਹੀ ਤਾਂ ਪਕੜੈ ਸਭਨ ਕੋ ਦੇ ਦੰਡ ਸਜਾਈ। ਇਹ ਵਿੱਚ ਧਮਕੀ ਲਿਖੀ ਵਜੀਦੇ ਨੇ, ਸੂਬਾ ਸਰਹੰਦ ਨੇ ਵੀ ਸ਼ਮੀਰ ਚੌਧਰੀ ਲਖਮੀਰ, ਜੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਪਕੜ ਕੇ ਮੇਰੇ ਕੋਲ ਨਾ ਲਿਆਂਦਾ, ਨਹੀਂ ਤੇ ਤੇਰੇ ਸਮੇਤ ਤੇਰਾ ਸਾਰਾ ਟੱਬਰ ਮੈਂ ਫੜ ਲਵਾਂਗਾ। ਲਸ਼ਕਰ ਆਵੈ ਉਮਟ ਕੇ ਕਰ ਲਿਓ ਤਕਰਾਈ। ਤੁਹਾਨੂੰ ਸਾਰਿਆਂ ਨੂੰ ਸਜ਼ਾ ਮਿਲੇਗੀ, ਇਹ ਸੋਚ ਲੈ ਵੀ ਬੜੀਆਂ ਤਗੜੀਆਂ ਫੌਜਾਂ ਬੜੀ ਛੇਤੀ ਦੇ ਨਾਲ ਤੇਰੇ ਨਗਰ ਤੇ ਆਣ ਪੈਣਗੀਆਂ, ਫਿਰ ਤੂੰ ਤਕੜਾਈ ਕਰ ਲਵੀਂ, ਬਚਾ ਕਰ ਲਵੀਂ। ਬੜਾ ਚਾਹੇ ਕਹਿ ਲੀਜੀਏ ਕਿਤਨੇ ਚਲ ਜਾਏ। ਇਸ ਕਰਕੇ ਮੌਕਾ ਹੀ ਵੀ ਕਿੱਡੀ ਕੁ ਤਕੜਾਈ ਕਰ ਲੇਗਾ ਵੀ ਇਧਰ ਸਾਡੇ ਕੋਲ ਲੱਖਾਂ ਫੌਜਾਂ ਨੇ, ਜੇ ਤੂੰ ਆਪਣਾ ਭਲਾ ਚਾਹੁੰਦਾ ਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਵੀ ਜਿਹੜੇ ਤੇਰੇ ਕੋ ਆ ਕੇ ਬੈਠੇ ਨੇ ਇਹਨਾਂ ਨੂੰ ਹੁਣੇ ਫੜ ਲੈ, ਕਿਤੇ ਹੋਰ ਨਾ ਚਲੇ ਜਾਣ। ਸੁਨ ਲਖਮੀਰ ਸ਼ਮੀਰ ਤਬ ਸਭ ਗਾਥ ਸੁਨਾਈ। ਆ ਜਦੋਂ ਲਖਮੀਰ ਤੇ ਸ਼ਮੀਰ ਨੇ ਸੁਣਿਆ, ਚਿੱਠੀ ਪੜ੍ਹੀ, ਇਹ ਸਾਰੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੱਸੀ ਆ ਕੇ। ਹਮਰੇ ਇਹ ਗੁਰ ਪੀਰ ਹੈ ਵਿਚਰਤ ਚਲੇ ਆਏ। ਤੇ ਨਾਲ ਹੀ ਇਹਨਾਂ ਨੇ ਇੱਕ ਚਿੱਠੀ ਲੈ ਕੇ ਆਉਣ ਵਾਲੇ ਨੂੰ ਸੁਣਾਇਆ, ਚਿੱਠੀ ਲਿਖ ਕੇ ਵਾਪਸ ਭੇਜੀ ਵੀ ਸੂਬਾ ਸਰਹੰਦ ਨੂੰ ਕਹਿ ਦਿਓ ਵੀ ਇਹ ਸੂਬਾ ਜੀ ਹਮਰੇ ਇਹ ਗੁਰ ਪੀਰ ਹੈ ਵਿਚਰਤ ਚਲੇ ਆਏ, ਵੀ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਸਾਨੂੰ ਫੜਨ ਦਾ ਹੁਕਮ ਦੇ ਰਹੇ ਹੋ, ਇਹ ਸਾਡੇ ਗੁਰੂ ਸਾਡੇ ਪੀਰ ਪੂਜਨੀਕ ਨੇ, ਤੇ ਇਹ ਆਪਣੀ ਮੌਜ ਵਿੱਚ ਵਿਚਰਦਿਆਂ ਹੋਇਆਂ ਸਾਡੇ ਨਗਰ ਵਿੱਚ ਆਏ ਹਨ। ਕਿਮਨੈ ਠਾਨੇ ਸੇਵਕ ਜਿਨ ਤੇ ਗਤ ਪਾਏ। ਇਹ ਵਜ਼ੀਰ ਖਾਨ ਤੂੰ ਦੱਸ ਵੀ ਉਸ ਗੁਰੂ ਸਾਹਿਬ ਦੀ ਅਸੀਂ ਸੇਵਾ ਕਿਉਂ ਨਾ ਕਰੀਏ, ਕਿਵੇਂ ਨਾ ਕਰੀਏ ਜਿਸ ਕਲਗੀਧਰ ਮਹਾਰਾਜ ਤੋਂ ਸਾਨੂੰ ਮੁਕਤੀ ਮਿਲਣੀ ਹੈ, ਜਿਸ ਗੁਰਾਂ ਨੇ ਸਾਡੀ ਕਲਿਆਣ ਕਰਨੀ ਹੈ। ਤੁਮੇ ਆਪਣੀ ਦਿਸ਼ ਦੇਖੀਏ ਪੀਰਣ ਕੋ ਸੇਵੋ। ਇਹ ਵੀ ਸੁਨੇਹਾ ਦਿੱਤਾ ਵੀ ਵਜ਼ੀਰ ਖਾਨ ਤੂੰ ਆਪਣੇ ਵੱਲ ਵੇਖ, ਝਾਤੀ ਮਾਰ ਕੇ ਜਿਹੜੇ ਤੁਹਾਡੇ ਕੋਈ ਪੀਰ ਨੇ ਉਹਨਾਂ ਦੀ ਤੂੰ ਵੀ ਤਾਂ ਸੇਵਾ ਕਰਦਾ ਹੈ। ਤੁਸੀਂ ਮੁਸਲਮਾਨ ਵੀ ਤਾਂ ਆਪਣੇ ਪੀਰਾਂ ਨੂੰ ਪੂਜਦੇ ਮੰਨਦੇ ਹੋ। ਕਰ ਰਾਖੋ ਭਾਖੋ ਮ੍ਰਿਦਲ ਸਭ ਕੁਛ ਪੁੰਨ ਦੇਵੋ। ਆ ਸ਼ਮੀਰ ਚੌਧਰੀ ਕਹਿੰਦਾ ਏ ਵੀ ਇਹ ਵਜ਼ੀਰ ਖਾਨ ਤੁਸੀਂ ਨਹੀਂ ਆਪਣੇ ਘਰਾਂ 'ਚ ਰੱਖਦੇ, ਜਿਹੜਾ ਕੋਈ ਤੁਹਾਡਾ ਕੋਈ ਕਾਜੀ, ਕੋਈ ਮੌਲਵੀ, ਕੋਈ ਪੀਰ ਫਕੀਰ ਆਵੇ, ਤੁਸੀਂ ਵੀ ਤਾਂ ਉਹਨਾਂ ਨੂੰ ਆਪਣੇ ਘਰਾਂ 'ਚ ਰੱਖ ਕੇ ਉਹਨਾਂ ਦੀ ਸੇਵਾ ਕਰਦੇ ਹੋ, ਜੋ ਉਹ ਮੰਗਦੇ ਨੇ ਉਹਨਾਂ ਨੂੰ ਉਹੀ ਦਿੰਦੇ, ਹਾਜ਼ਰ ਕਰਦੇ ਹੋ, ਪਿਆਰ ਦੇ ਬਚਨ ਕਹਿੰਦੇ ਹੋ। ਕਹਿ ਭੇਜਿਓ ਕਿੰਦ ਪਾਸ ਇਵ ਪਠ ਮਾਨਵ ਰਖ। ਇਸ ਤਰ੍ਹਾਂ ਸੁਨੇਹਾ ਦੇ ਕੇ ਤੇ ਵਜ਼ੀਰ ਖਾਨ ਦੇ ਕੋਲ ਵਾਪਸ ਚਿੱਠੀ ਭੇਜ ਦਿੱਤੀ ਵੀ ਜਿਵੇਂ ਤੁਸੀਂ ਆਪਣੇ ਪੀਰਾਂ ਨੂੰ ਮਨਾਉਂਦੇ ਹੋ, ਅਸੀਂ ਆਪਣੇ ਗੁਰੂ ਦੀ ਸੇਵਾ ਕਰ ਰਹੇ ਹਾਂ, ਕੋਈ ਇਹਦੇ ਵਿੱਚ ਜ਼ੁਲਮ ਨਹੀਂ, ਕੋਈ ਪਾਪ ਨਹੀਂ। ਇਹ ਚਿੱਠੀ ਲਿਖ ਕੇ ਭੇਜੀ ਆ, ਉਹਦੇ ਨਾਲ ਇੱਕ ਆਪਣਾ ਬੰਦਾ ਵੀ ਭੇਜ ਦਿੱਤਾ ਹੈ ਵੀ ਜਾ ਤੂੰ ਸਰਹੰਦ ਦੇ ਵਿੱਚ ਸੂਈਆ ਬਣਾ ਕੇ ਇੱਕ ਭੇਜਿਆ CID ਲਖਮੀਰ ਚੌਧਰੀ ਨੇ ਵੀ ਇਹ ਚਿੱਠੀ ਚਲੇ ਦੇ ਗਈ ਹੈ, ਪਰ ਤੂੰ ਉੱਥੇ ਧਿਆਨ ਰੱਖਣਾ ਏ। ਚੜੇ ਸੈਣ ਤੋਂ ਦੇਹ ਸੁਧ ਸਵਧਾਨੀ ਭਖ। ਇਸ ਤਰ੍ਹਾਂ ਕਿਹਾ ਵੀ ਸਾਵਧਾਨ ਦੀ ਹੋ ਕੇ ਰਹਿਣਾ ਸਰਹੰਦ ਦੇ ਵਿੱਚ,
ਧਿਆਨ ਰੱਖੀ ਵੀ ਕਿਤੇ ਸੂਬਾ ਸਰਹੰਦ ਇੱਧਰ ਫੌਜਾਂ ਚੜਾ ਕੇ ਤੇ ਨਹੀਂ ਭੇਜਦਾ। ਤੇ ਸ਼ਮੀਰ ਚੌਧਰੀ ਕਹਿਣ ਲੱਗਾ ਹੈ ਵੀ ਜਦੋਂ ਵੇਖੇ ਵੀ ਫੌਜ ਚੜ ਕੇ ਆਉਣ ਲੱਗੀ ਹੈ ਉਸੇ ਵੇਲੇ ਸਾਨੂੰ ਇੱਥੇ ਸੁਨੇਹਾ ਭੇਜ ਦਵੀਂ। ਇਤ ਸਤ ਗੁਰ ਸਬਦਾਨ ਹੈ ਚਾਕਰ ਗਨ ਰੱਖੇ। ਇਸ ਤਰ੍ਹਾਂ ਚਿੱਠੀ ਦਾ ਜਵਾਬ ਗਿਆ ਏ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਸਾਵਧਾਨ ਹੋ ਗਏ ਤੇ 1400 ਦੇ ਕਰੀਬ ਮਹਾਰਾਜ ਨੇ ਨੌਕਰ ਰੱਖੇ ਨੇ। ਬਰਾੜਾ ਨੂੰ ਨੌਕਰੀ ਦਿੱਤੀ ਹੈ। ਪੈਦਲ ਗਾਨੀ ਸਵਾਰ ਹੈ ਰਿਪਸਨ ਰਣ ਕਾਂਖੇ। ਆ ਕਲਗੀਧਰ ਮਹਾਰਾਜ ਨੇ ਪੈਦਲ ਫੌਜ ਘੋੜ ਸਵਾਰ ਤੇ ਹੋਰ ਵੀ ਕਹਿੰਦੇ ਵੀ ਫੌਜਾਂ ਤਿਆਰ ਕਰ ਲੀਆਂ। ਜਿਹੜੇ ਕਲਗੀਧਰ ਮਹਾਰਾਜ ਸਾਹਿਬ ਵੈਰੀਆਂ ਦੇ ਨਾਲ ਜੰਗ ਕਰਨ ਦੀ ਇੱਛਾ ਰੱਖਦੇ ਨੇ। ਵੇਖੋ ਕਿੰਨੇ ਜੰਗ ਜੁੱਧ ਹੋਏ, ਕਿੰਨਾ ਕੁਝ ਹੋ ਗਿਆ, ਪਰ ਫੇਰ ਵੀ ਸਤਿਗੁਰੂ ਸਾਹਿਬ ਜੀ ਨੇ ਆਪਣੀ ਬਹਾਦਰੀ ਨਹੀਂ ਛੱਡੀ। ਫੇਰ ਵੀ ਮਹਾਰਾਜ ਨੇ ਜੰਗ ਕਰਨਾ ਨਹੀਂ ਛੱਡਿਆ। ਜੰਗ ਦੇ ਪ੍ਰੇਮੀ ਮਹਾਰਾਜ ਨੇ ਫਿਰ ਫੌਜਾਂ ਤਿਆਰ ਕਰ ਲਈਆਂ। ਫਿਰ ਘੋੜੇ ਮਹਾਰਾਜ ਦੇ ਦਲ ਵਿੱਚ ਲੈ ਆਂਦੇ। ਤਿਸੀ ਚੁਬਾਰੇ ਗੁਰ ਥਰੇ ਰਹਿ ਸਹਿਜ ਸੁਭਾਅ। ਉਸੇ ਚੁਬਾਰੇ ਜਿੱਥੇ ਦੀਨੇ ਠਹਿਰੇ ਸਨ ਉੱਥੇ ਹੀ ਮਹਾਰਾਜ ਸਾਹਿਬ ਸੁਭਾਅ ਬਰਾਜਮਾਨ ਰਹਿੰਦੇ ਨੇ। ਕੋਈ ਚਿੰਤਾ ਨਹੀਂ, ਕੋਈ ਭੈ ਨਹੀਂ ਸਤਿਗੁਰਾਂ ਨੂੰ। ਗਹਿ ਕਰਦ ਕੋ ਕਰ ਵਿਖੈ ਅੰਗੁਰੀ ਖੁਰ ਜਾਓ। ਇੱਕ ਦਿਨ ਦੀ ਕਹਿੰਦੇ ਗੱਲ ਹੈ ਵੀ ਸਤਿਗੁਰੂ ਸਾਹਿਬ ਨੇ ਛੋਟੀ ਕਰਦ ਤੋਂ ਭਾਵ ਕਿਰਪਾਨ ਲੈ ਕੇ ਤੇ ਆਪਣੇ ਹੱਥ ਦੀ ਇੱਕ ਉਂਗਲੀ ਨੂੰ ਮਹਾਰਾਜ ਖਰੋਚ ਰਹੇ ਸਨ ਕਿਰਪਾਨ ਦੇ ਨਾਲ। ਇੱਕ ਦਿਨ ਥਿਰ ਲਖਮੀਰ ਟਿਕ ਬੋਲਿਓ ਕਰ ਬੰਦੇ। ਕਈ ਦਿਨ ਹੋ ਗਏ ਵੇਖਦੇ ਨੇ ਸਿੱਖ ਵੀ ਮਹਾਰਾਜ ਸਾਹਿਬ ਕਿਰਪਾਨ ਲੈ ਕੇ ਤੇ ਆਪਣੀ ਜਿਹੜੀ ਉਂਗਲ ਹੈ ਇਹਨੂੰ ਖਰੀਦਦੇ ਰਹਿੰਦੇ ਨੇ 4 ਸਫੇਰਿਆਂ। ਇੱਕ ਦਿਨ ਵੇਖ ਕੇ ਜਿਹੜਾ ਲਖਮੀਰ ਸੀ ਉਹ ਬੋਲਿਆ। ਉਹ ਕਹਿਣ ਲੱਗਾ ਹੈ ਸੱਚੇ ਪਾਤਸ਼ਾਹ ਆਪ ਜੀ ਦੇ ਹਜ਼ੂਰ ਬੇਨਤੀ ਹੈ ਇੱਕ। ਅੰਗੁਲੀ ਸ਼ੇਲੋਹ ਕਰਦ ਤੇ ਕੋ ਹੇਤ ਬਿਲੰਦੇ। ਮੈਂ ਵੇਖ ਰਿਹਾ ਕਈ ਦਿਨਾਂ ਤੋਂ ਵੀ ਤੁਸੀਂ ਆਪਣੀ ਕਿਰਪਾਨ ਛੋਟੀ ਦੇ ਨਾਲ ਉਂਗਲ ਨੂੰ ਛਿੱਲਦੇ ਰਹਿੰਦੇ ਹੋ। ਇਹਦੇ ਵਿੱਚ ਕੋਈ ਬਹੁਤਾ ਵੱਡਾ ਕਾਰਨ ਲੱਗਦਾ ਹੈ ਮੈਨੂੰ, ਕੋਈ ਤਗੜੀ ਗੱਲ ਹੋਵੇਗੀ। ਭਾਈ ਪਿਆਰੇ ਭਾਈ ਦਇਆ ਸਿੰਘ ਜੀ ਨੇ ਵੀ ਏਦਾਂ ਪੁੱਛਿਆ ਸੀ ਵੀ ਮਹਾਰਾਜ ਤੁਸੀਂ ਆਪਣੇ ਹੱਥ ਦੀ ਜਿਹੜੀ ਇਹ ਉਂਗਲ ਹੈ ਇਹਨੂੰ ਕਿਰਪਾਨ ਦੇ ਨਾਲ ਕਿਉਂ ਖਰੀਦਦੇ ਰਹਿੰਦੇ, ਛਿੱਲਦੇ ਰਹਿੰਦੇ ਹੋ? ਪਿਆਰੇ ਦਇਆ ਸਿੰਘ ਜੀ ਨੇ ਪੁੱਛਿਆ। ਲਖਮੀਰ ਨੇ ਪੁੱਛਿਆ ਜਦੋਂ ਮਹਾਰਾਜ ਨੂੰ ਵੀ ਇਹ 'ਚ ਕੀ ਕਾਰਨ ਹੈ ਵੱਡਾ? ਕਾਟਤ ਜੜ ਤੁਰ ਕਾਣ ਕੀ ਅਤਿਸ਼ੈ ਦ੍ਰਿੜ ਜੋਈ। ਤੇ ਮਹਾਰਾਜ ਉੱਤਰ ਦਿੱਤਾ ਕਹਿਣ ਲੱਗੇ ਵੀ ਹੇ ਭਾਈ ਦਇਆ ਸਿੰਘ ਲਖਮੀਰ ਇਹ ਅਸੀਂ ਆਪਣੀ ਉਂਗਲ ਨਹੀਂ ਛਿੱਲ ਰਹੇ। ਇਹ ਸਮਝ ਲੈ ਵੀ ਇਹਨਾਂ ਤੁਰਕਾਂ ਦੀਆਂ ਜਿਹੜੀਆਂ ਜੜ੍ਹਾਂ ਹਨ ਉਹ ਕੱਟ ਰਹੇ, ਇਹਨਾਂ ਦੀਆਂ ਜੜ੍ਹਾਂ ਛਿੱਲ ਰਹੇ ਆ। ਕਿਉਂਕਿ ਇਹਨਾਂ ਤੁਰਕਾਂ ਦੀਆਂ ਜੜ੍ਹਾਂ ਬੜੀਆਂ ਤਗੜੀਆਂ ਤੇ ਬੜੀਆਂ ਡੂੰਘੀਆਂ ਪਤਾਲ ਤੀਕਰ ਲੱਗੀਆਂ ਨੇ। ਤੇ ਪਾਤਸ਼ਾਹ ਕਹਿੰਦੇ ਕਿਰਪਾਨ ਲੈ ਕੇ ਅਸੀਂ ਤੁਰਕਾਂ ਦੀਆਂ ਜੜ੍ਹਾਂ ਛਿੱਲਦੇ ਆ ਵੀ ਇਹਨਾਂ ਦੀਆਂ ਬਿਲਕੁਲ ਜੜ੍ਹਾਂ ਇਸ ਦੇਸ਼ ਚੋਂ ਨਾਸ ਕਰ ਦਈਏ। ਨਸ਼ਟੇ ਸਗਲ ਭਵਿੱਖ ਮੈਂ ਪਾਏ ਨਾ ਕਿਤ ਕੋਈ। ਇਸ ਤਰ੍ਹਾਂ ਮਹਾਰਾਜ ਜਦੋਂ ਕਰਦੇ ਨੇ ਕਈ ਵਾਰਾਂ ਤਾਂ ਕਹਿੰਦੇ ਵੀ ਉਹ ਕਿਉਂਕਿ ਤਿੱਖੀ ਧਾਰ ਹੈ ਨਾ ਕਿਰਪਾਨ ਦੀ, ਖਰੀਦਦੇ ਨੇ ਤੇ ਸਾਹਿਬਾਂ ਦੀ ਉਂਗਲ ਦੇ ਵਿੱਚੋਂ ਲਹੂ ਵੀ ਸਿਮਿਆ ਸੀ। ਇਸੇ ਕਰਕੇ ਪੁੱਛਿਆ ਤੇ ਮਹਾਰਾਜ ਕਹਿੰਦੇ ਵੀ ਇਹ ਅਸੀਂ ਤੁਰਕਾਂ ਦੀਆਂ ਜੜ੍ਹਾਂ ਨਾਸ਼ ਕਰ ਰਹੇ ਹਾਂ। ਭਵਿੱਖ ਦੇ ਵਿੱਚ ਤੁਰਕ ਜਿਹੜੇ ਨੇ ਇਹਨਾਂ ਦਾ ਰਾਜ ਭਾਗ ਨਸ਼ਟ ਹੋ ਜਾਵੇਗਾ। ਬੜੇ ਭਾਰੀ ਇਹ ਦੁੱਖ ਪਾਉਣਗੇ। ਜਿਹੜਾ ਇਹਨਾਂ ਪਾਪ ਕੀਤਾ ਉਹਦਾ ਇਹਨਾਂ ਨੂੰ ਫਲ ਮਿਲੇਗਾ। ਮਾਨ ਸਿੰਘ ਭਾਗਿਓ ਤਬੈ ਕਰ ਹਾਨਿ ਇਮਾਨਾ। ਆ ਭਾਈ ਮਾਨ ਸਿੰਘ ਮਹਾਰਾਜ ਦੇ ਕੋਲ ਹੀ ਖੜਾ ਸੀ। ਸੁਣ ਕੇ ਭਾਈ ਮਾਨ ਸਿੰਘ ਕਹਿਣ ਲੱਗਾ ਉਸ ਵੇਲੇ ਕਿ ਇਹ ਸੱਚੇ ਪਾਤਸ਼ਾਹ ਜੇ ਤੁਸੀਂ ਤੁਰਕਾਂ ਦੀਆਂ ਜੜ੍ਹਾਂ ਹੀ ਪਟਣੀਆਂ ਨੇ ਤਾਂ ਜਿਹੜੇ ਬੰਦੇ ਨੇ ਔਰੰਗਜ਼ੇਬ ਨੇ ਆਪਣਾ ਈਮਾਨ ਹੀ ਨਾਸ਼ ਕਰ ਲਿਆ, ਆਪਣਾ ਧਰਮ ਹੀ ਤਿਆਗ ਦਿੱਤਾ। ਮਨ ਰੰਗੇ ਕੋਹਤੋ ਮਚ ਦੁੰਦ ਜਹਾਨਾ। ਆ ਮਹਾਰਾਜ ਕਿਰਪਾ ਕਰੋ ਜਿਹੜਾ ਜਹਾਜ਼ ਦੁੱਧ ਮਚਾਉਣ ਵਾਲਾ ਹੈ, ਬੜੀ ਅੱਤ ਚੁੱਕਣ ਵਾਲਾ ਔਰੰਗਜ਼ੇਬ ਹੈ ਪਹਿਲਾ ਪਾਤਸ਼ਾਹ, ਆਪਾਂ ਉਹਨੂੰ ਮਾਰੀਏ ਹਾਂ, ਔਰੰਗਜ਼ੇਬ ਨੂੰ ਨਸ਼ਟ ਕਰ ਦਈਏ। ਆਦ ਮਜੀਦਾ ਜੇ ਹੈ ਅਗ ਕੇ ਫਲ ਪਾਵੇ। ਬਾਕੀ ਮਜੀਦਾ ਆਦ ਘੋਰ ਜਿੰਨੇ ਆ ਇਹਨਾਂ ਨੂੰ ਵੀ ਇਹਨਾਂ ਦੀ ਕਰਨੀ ਦਾ ਫਲ ਬਾਅਦ ਮਿਲ ਹੀ ਜਾਵੇਗਾ। ਪਹਿਲਾਂ ਮਹਾਰਾਜ ਆਪਾਂ ਔਰੰਗਜ਼ੇਬ ਬਾਦਸ਼ਾਹ ਨੂੰ ਹੀ ਮਾਰ ਦਈਏ। ਜਗਤ ਲੋਕਤ ਜਾਣ ਹੈ ਪਾਪੀ ਖਪ ਜਾਵੇ। ਮਹਾਰਾਜ ਸਾਰਾ ਜਗਤ ਵੇਖੇ, ਸਾਰੇ ਜਗਤ ਦੇ ਲੋਕ ਜਾਣਨ ਵੀ ਕਿਵੇਂ ਜਿਹੜੇ ਪਾਪ ਕਰਨ ਵਾਲੇ ਪਾਪੀ ਹੁੰਦੇ ਨੇ ਨਾਸ ਹੋ ਜਾਂਦੇ ਨੇ, ਪਾਪੀਆਂ ਦਾ ਨਾਮੋ ਨਿਸ਼ਾਨ ਨਹੀਂ ਰਹਿੰਦਾ। ਭਾਈ ਮਾਨ ਸਿੰਘ
ਇਹ ਕਲਗੀਧਰ ਸਾਹਿਬ ਨੂੰ ਕਹਿਣ ਲੱਗੇ ਪਾਤਸ਼ਾਹ ਪਹਿਲਾਂ ਔਰੰਗੇ ਨੂੰ ਹੀ ਮਾਰੀਏ ਆਪਾਂ ਜਿਹੜਾ ਵੱਡਾ ਪਾਪੀ ਆ ਲੋਕ ਵੇਖਣਗੇ ਦੁਸ਼ਟ ਮਾਰਿਆ ਗਿਆ। ਸ਼੍ਰੀ ਮੁਖ ਤੇ ਕਹਿ ਜੰਗ ਤੇ ਹੱਥ ਹੋਏ ਦਰੰਗਾ। ਸ੍ਰੀ ਮੁਖ ਤੇ ਕਹਿ ਜੰਗ ਤੇ ਹੱਥ ਹੋਏ ਨਾ ਰੰਗਾ। ਮਹਾਰਾਜ ਸਾਹਿਬ ਜੀ ਦੇ ਤਾਈ ਇਹਨੇ ਜਦੋਂ ਏਦਾਂ ਕਿਹਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਭਾਈ ਮਾਨ ਸਿੰਘ ਜੰਗ ਕਰਨ ਦੇ ਨਾਲ ਤਾਂ ਔਰੰਗਜ਼ੇਬ ਨਹੀਂ ਮਾਰਿਆ ਜਾਵੇਗਾ। ਦੂਰ ਦੇਸ਼ ਦਰਸ਼ਨ ਵਿਖੇ ਅਨ ਬਨ ਟੰਗਾ। ਜਿਵੇਂ ਤੂੰ ਕਹਿੰਦਾ ਨਾ ਵੀ ਜੰਗ ਕਰਕੇ ਔਰੰਗਜ਼ੇਬ ਨੂੰ ਮਾਰ ਦਈਏ, ਸਤਿਗੁਰੂ ਕਹਿੰਦੇ ਉਹਦਾ ਦੂਰ ਦੱਖਣ ਦੇਸ਼ ਦੇ ਵਿੱਚ ਗੋਲ ਕੁੰਡੇ 'ਚ ਜਾ ਕੇ ਲੁਕਿਆ ਵੀ ਉੱਥੇ ਜਾਣਾ ਜਿਹੜਾ ਹੈ ਨਾ ਇਹ ਔਖੀ ਜੀ ਗੱਲ ਹੈ ਵੀ ਉੱਥੇ ਜਾ ਕੇ ਜੰਗ ਕਰਨਾ ਇਹ ਅਨਬਨ ਦੀ ਗੱਲ ਹੈ। ਫਤਿਹ ਕੋ ਖੰਡ ਲਿਖੇ ਪੜ ਕਰ ਮਰ ਜਾਏ। ਪਰ ਫੇਰ ਵੀ ਮਾਨ ਸਿੰਘ ਆਪਾਂ ਔਰੰਗੇ ਨੂੰ ਕਲਮ ਦੇ ਨਾਲ ਹੀ ਮਾਰ ਦਿੰਨੇ ਆ। ਆਪਾਂ ਫਤਿਹਨਾਮਾ ਜ਼ਫਰਨਾਮਾ ਲਿਖਦੇ ਆ। ਉਹ ਦੱਖਣ ਦੇਸ਼ ਦੇ ਵਿੱਚ ਲੁਕਿਆ ਏ, ਜੇ ਇੱਧਰ ਨੂੰ ਆਉਂਦਾ ਤੇ ਜੰਗ ਕਰਦੇ ਤੇ ਜੰਗ ਵਿੱਚ ਮਾਰ ਦਿੰਦੇ। ਉਹ ਹੁਣ ਇਸ ਵੇਲੇ ਬੜੀ ਦੂਰ ਬੈਠਾ ਏ। ਉੱਥੇ ਬੈਠੇ ਨੂੰ ਕਲਗੀਧਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਮਾਨ ਸਿੰਘ ਆਪਾਂ ਇੱਕ ਪੱਤਰਕਾ ਲਿਖ ਕੇ ਭੇਜਦੇ, ਇੱਕ ਚਿੱਠੀ ਲਿਖ ਕੇ ਭੇਜਦੇ ਆ। ਉਹ ਫਤਿਹ ਦੀ ਚਿੱਠੀ ਦੇ ਨਾਲ ਹੀ ਮਰ ਜਾਵੇਗਾ। ਅਪਰਣ ਦੇ ਪਲਟਾ ਲਹਿ ਮਮ ਪੰਥ ਬੜਾਈ। ਤੇ ਸਾਹਿਬ ਕਹਿੰਦੇ ਉਹ ਜਦੋਂ ਚਿੱਠੀ ਪੜ੍ਹੇਗਾ ਨਾ ਸਾਡੀ ਔਰੰਗਜ਼ੇਬ ਤਾਂ ਉਹ ਬਿਮਾਰੀ ਲੱਗ ਕੇ ਤੜਫ ਕੇ ਏਦਾਂ ਹੀ ਮਰ ਜਾਊ। ਬਾਕੀ ਜਿਹੜੇ ਆ ਵਜੀਦੇ ਆਲ ਕਹਾਣ ਇਹਨਾਂ ਨੂੰ ਮੇਰਾ ਖਾਲਸਾ ਪੰਥ ਮਾਰੇਗਾ, ਮੇਰਾ ਪੰਥ ਇਹਨਾਂ ਦੇ ਕੋਲੋਂ ਬਦਲਾ ਲਵੇਗਾ, ਇਹਨਾਂ ਦੁਸ਼ਟਾਂ ਨੂੰ ਸੋਧਾ ਲਾਵੇਗਾ। ਲਿਖਿਓ ਜ਼ਫਰਨਾਮਾ ਤਬੈ ਬਹੁ ਬੈਤ ਬਨਾਈ। ਲਿਖਿਓ ਜ਼ਫਰਨਾਮਾ ਤਬੈ ਬਹੁ ਬੈਤ ਬਨਾਈ। ਦੀਨੇ ਨਗਰ ਜ਼ਫਰਨਾਮਾ ਸਾਹਿਬ ਗੁਰਦੁਆਰਾ ਸਾਹਿਬ ਹੈ ਜਿੱਥੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੀ ਚਰਨ ਪਏ ਨੇ। ਛੇਵੇਂ ਪਾਤਸ਼ਾਹ ਦਾ ਸਥਾਨ ਉੱਥੇ ਹੀ ਉਸ ਗੁਰੂ ਸਾਹਿਬ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਰਾਜਮਾਨ ਨੇ। ਤੇ ਕਲਗੀਧਰ ਮਹਾਰਾਜ ਨੇ ਫਤਿਹ ਦੀ ਚਿੱਠੀ ਲਿਖੀ ਜ਼ਫਰਨਾਮਾ, ਕਿਉਂਕਿ ਚਮਕੌਰ ਦਾ ਜੰਗ ਮਹਾਰਾਜ ਨੇ ਜਿੱਤਿਆ ਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਯੁੱਧ ਜਿੱਤਿਆ, ਜਿਸ ਕਰਕੇ ਇਹ ਜੰਗ ਜਿੱਤਣ ਦੀ ਚਿੱਠੀ ਲਿਖ ਕੇ ਮਹਾਰਾਜ ਨੇ ਭੇਜੀ ਆ। ਉਹ ਜ਼ਫਰਨਾਮਾ ਸਾਹਿਬ ਵਾਲੇ ਅਸਥਾਨ ਤੇ ਜ਼ਫਰਨਾਮਾ ਲਿਖਿਆ ਮਹਾਰਾਜ ਨੇ। ਤੇ ਸਭ ਤੋਂ ਪਹਿਲਾਂ ਲਿਖਦੇ ਨੇ ਇੱਕ ਓੰਕਾਰ ਹੁਕਮ ਸਤ। ਮਹਾਰਾਜ ਨੇ ਲਿਖਿਆ ਪਰਮੇਸ਼ਰ ਦਾ ਹੁਕਮ ਸੱਚਾ ਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜ਼ਫਰਨਾਮਾ ਪਾਤਸ਼ਾਹੀ 10ਵੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਨਾਮ ਲਿਖਿਆ। ਚਿੱਠੀ ਲਿਖਣ ਲੱਗਿਆ, ਫਤਿਹਨਾਮਾ ਲਿਖਣ ਲੱਗਿਆ, ਜ਼ਫਰਨਾਮਾ ਜਿਹਨੂੰ ਆਪਾਂ ਕਹਿੰਦੇ ਆ। ਫਾਰਸੀ ਦੇ ਵਿੱਚ ਚਿੱਠੀ ਸਤਿਗੁਰਾਂ ਲਿਖੀ। ਅਸਲ ਦਾ ਜਿਹੜਾ ਫਾਰਸੀ ਸਰੋਤ ਉਹਦੇ ਤਖਤ ਪਟਨਾ ਸਾਹਿਬ ਦਰਸ਼ਨ ਹੁੰਦੇ ਨੇ। ਬਾਬਾ ਦੀਪ ਸਿੰਘ ਜੀ ਨੇ ਉਹਦਾ ਉਲੱਥਾ ਗੁਰਮੁਖੀ ਚ ਕੀਤਾ ਸੀ ਵੀ ਸਿੱਖਾਂ ਨੂੰ ਪੜ੍ਹਨਾ ਸੌਖਾ ਹੋ ਜਾਵੇ। ਕਲਗੀਧਰ ਮਹਾਰਾਜ ਸਾਹਿਬ ਜੀ ਨੇ ਲਿਖਿਆ ਹੈ ਹੁਕਮ ਸਤ ਇਹ ਔਰੰਗਜ਼ੇਬ ਪਰਮੇਸ਼ਰ ਦਾ ਹੁਕਮ ਸਦਾ ਸੱਚਾ ਹੈ। ਉਹ ਵਾਹਿਗੁਰੂ ਸਦਾ ਕਾਇਮ ਰਹਿਣ ਵਾਲਾ ਏ। ਤੇ ਨਾਲ ਲਿਖ ਦਿੱਤਾ ਵੀ ਲਿਖਣ ਵਾਲਾ ਕੌਣ ਹੈ। ਜ਼ਫਰਨਾਮਾ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ। ਤੇ ਸਾਹਿਬ ਕਹਿਣ ਲੱਗੇ ਕਮਾਲੇ ਕਰਾਮਾਤ ਕਾਇਮ ਕਰੀਮਾ ਰਜਾ ਬਖਸ਼ ਰਾਜ ਕਰਹਾ ਕੋ ਰਹੀਮ। ਇਹ ਪਰਮੇਸ਼ਰ ਦੀ ਮਹਿਮਾ ਤੋਂ ਮਹਾਰਾਜ ਨੇ ਆਰੰਭ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹਦੇ ਵਿੱਚ ਬਹੁਤ ਕਹਿੰਦੇ ਬੈਤ ਬਣਾ ਕੇ ਲਿਖੇ। ਜਿਵੇਂ ਆਪਾਂ ਦੋਹਰਾ ਕਹਿ ਦਿੰਦੇ ਆ, ਕੋਈ ਸ਼ਲੋਕ ਜਾਂ ਸਵਈਆ ਕਹਿ ਦਿੰਦੇ ਨੇ, ਫਾਰਸੀ 'ਚ ਬੈਤ ਹੁੰਦੇ ਨੇ, ਜਾਂ ਉਹਨਾਂ ਨੂੰ ਸ਼ੇਰ ਵੀ ਕਹਿ ਦਿੰਦੇ ਨੇ ਵੀ ਮਹਾਰਾਜ ਨੇ ਸ਼ੇਰ ਲਿਖੇ। 12 ਹਕਾਇਤਾਂ ਮਹਾਰਾਜ ਨੇ ਹਕਾਇਤਾਂ ਲਿਖੀਆਂ ਜਿਹਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੂੰ ਲਾਹਣਤਾਂ ਪਾਈਆਂ। ਇੰਨੀਆਂ ਕੁ ਲਾਹਣਤਾਂ ਪਾਈਆਂ ਵੀ ਉਹ ਲਾਹਣਤਾਂ ਪੜ੍ਹ ਕੇ ਔਰੰਗਜ਼ੇਬ ਕੰਬ ਕੇ ਮਰ ਗਿਆ ਸੀ, ਜੋ ਅੱਗੇ ਕਥਾ ਆਵੇਗੀ। ਸਾਹਿਬਾਂ ਨੇ ਫਤਿਹਨਾਮਾ ਜ਼ਫਰਨਾਮਾ ਬੈਤ ਬਣਾ ਕੇ ਬਹੁਤ ਸੋਹਣਾ ਲਿਖਿਆ ਏ। ਸ੍ਰੀ ਅਕਾਲ ਕਰਤਾ ਪੁਰਖ ਪੂਰਬ ਵਡਿਆਈ। ਜਿਹਦੇ ਵਿੱਚ ਪਹਿਲਾਂ ਅਕਾਲ ਪੁਰਖ ਜਿਹੜਾ ਕਰਤਾ ਏ ਉਹਦੀ ਵਡਿਆਈ ਲਿਖੀ ਹੈ। ਪਰਮੇਸ਼ਰ ਦੇ ਗੁਣ ਗਾਏ ਨੇ। ਇਹ ਔਰੰਗਜ਼ੇਬ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਕਹਿੰਦੇ ਉਹ ਪਰਮੇਸ਼ਰ ਅਕਾਲ ਪੁਰਖ ਬੜਾ ਬਖਸ਼ੇਂਦੀਓ।
ਉਹ ਵਾਹਿਗੁਰੂ ਬੜਾ ਬਖਸ਼ੇ ਦੀ। ਇਦਾਂ ਦੇ ਮਹਾਰਾਜ ਨੇ ਬੈਂਕ, ਇਦਾਂ ਦੇ ਮਹਾਰਾਜ ਸਾਹਿਬ ਜੀ ਨੇ ਸ਼ੇਰ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼, ਖੁਦਾਵੰਦ ਬਖਸ਼ਿੰਦਾ ਐਸ਼ ਅਰਸ਼। ਇਹ ਵਾਹਿਗੁਰੂ ਜਿਹੜਾ ਹੈ ਉਸ ਪਰਮੇਸ਼ਰ ਦੇ ਗੁਣਾਂ ਦੇ ਨਾਲ ਜ਼ਫਰਨਾਮਾ ਆਰੰਭ ਕੀਤਾ। ਫਿਰ ਦਾਸਤਾਨ ਲਿਖੀ, ਫਿਰ ਹਕਾਇਤਾਂ ਲਿਖੀਆਂ ਔਰੰਗਜ਼ੇਬ ਦੇ ਤਾਈ। ਅਹਿਦ ਕਰਨ ਈਮਾਨ ਕੋ ਮਿਲ ਬੋ ਠਹਿਰਾਇਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਵੀ ਅਹਿਦ ਕਰਤ ਈਮਾਨ ਕੋ ਮਿਲਵੇ ਠਹਿਰਾਇਓ, ਵੀ ਤੂੰ ਸਾਡੇ ਨਾਲ ਅਹਿਦ ਕੀਤਾ ਸੀ ਐ ਔਰੰਗਜ਼ੇਬ। ਇਹਦੇ ਵਿੱਚ ਕਵੀ ਜੀ ਕੇਵਲ ਉਹ ਜੇ ਟੂਕ ਮਾਤਰ ਜਿਹੜੇ ਅਰਥ ਬਣਦੇ ਨੇ ਨਾ, ਜੋ ਸਾਖੀ ਬਣਦੀ ਉਹ ਲਿਖ ਰਹੇ ਨੇ ਵੀ ਇਹ ਔਰੰਗਜ਼ੇਬ ਤੂੰ ਸਾਡੇ ਨਾਲ ਅਹਿਦ ਕੀਤਾ ਸੀ ਵੀ ਇਧਰੋਂ ਅਨੰਦਪੁਰ ਸਾਹਿਬ ਤੋਂ ਮਹਾਰਾਜ ਤੁਸੀਂ ਚੱਲ ਪਾਓ, ਇਧਰੋਂ ਦੱਖਣ ਤੋਂ ਮੈਂ ਚੱਲਣ ਲੱਗਾ ਹੈ, ਤੇ ਜਿੱਥੇ ਵੀ ਇਕੱਠੇ ਹੋ ਜਾਵਾਂਗੇ ਉੱਥੇ ਮਿਲ ਕੇ ਮੁਲਾਕਾਤ ਕਰ ਲੈਂਦੇ ਹਾਂ। ਤੇ ਤੂੰ ਇਕਰਾਰ ਕੀਤਾ ਸੀ ਮਹਾਰਾਜ ਕਹਿੰਦੇ ਲਿਖ ਕੇ ਭੇਜਿਆ ਸੀ ਵੀ ਆਪਾਂ ਮੁਲਾਕਾਤ ਕਰਾਂਗੇ। ਹੋਰਿਓ ਬੇਈਮਾਨ ਬਨ 10 ਲੱਖ ਪਠਾਇਓ। ਪਰ ਐ ਔਰੰਗਜ਼ੇਬ ਤੂੰ ਐਡਾ ਬੇਈਮਾਨਾ ਬੇਧਰਮਾ ਨਿਕਲਿਆ, ਕਹਿੰਦੇ ਸਾਡੇ ਨਾਲ ਮੁਲਾਕਾਤ ਕਰਨੀ ਠਹਿਰਾ ਕੇ ਤੇ 10 ਲੱਖ ਫੌਜਾਂ ਦਾ ਘੇਰਾ ਪਵਾਤਾ ਸਾਡੇ ਅਨੰਦਪੁਰ ਸਾਹਿਬ। ਕਹਿੰਦੇ ਮਾਰਚ ਦੇ ਵਿੱਚ ਘੇਰਾ ਪਿਆ ਤੇ 8 ਮਹੀਨੇ ਤੀਕਰ ਘੇਰਾ ਪਾਈ ਰੱਖਿਆ ਬੇਮਾਨਿਆ। ਬਾਹਰ ਜੰਗ ਚਮਕੌਰ ਕੋ ਬਰਨਿਓ ਕਰ ਥੋਰਾ। ਇਹਦਾ ਜ਼ਫਰਨਾਮੇ ਚ ਮਹਾਰਾਜ ਲਿਖ ਰਹੇ ਨੇ, ਟੂਕ ਮਾਤਰ ਕਵੀ ਜੀ ਦੱਸ ਰਹੇ ਵੀ ਫੇਰ ਪਾਤਸ਼ਾਹ ਨੇ ਥੋੜਾ ਚਮਕੌਰ ਦੇ ਜੰਗ ਦਾ ਵੀ ਵਰਣਨ ਕੀਤਾ, ਕੁਝ ਥੋੜਾ ਸਾਹਿਬਾਂ ਨੇ ਚਮਕੌਰ ਸਾਹਿਬ ਦੇ ਜੰਗ ਦਾ ਵਰਣਨ ਕੀਤਾ। ਉਹਦੇ ਵਿੱਚ ਲਿਖਿਆ ਹੈ ਔਰੰਗਜ਼ੇਬ ਮਤਾ ਕਿਤੇ ਤੂੰ ਇਹ ਭੁੱਲ ਜਾਵੀਂ ਵੀ ਮੈਂ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਪੁੱਤਰ ਨੇ ਉਹ ਸ਼ਹੀਦ ਕਰ ਦਿੱਤੇ ਹਨ। ਕਹਿੰਦੇ ਉਹ ਤੇ ਚੰਗਿਆੜੀਆਂ ਸੀ, ਹਜੇ ਤਾਂ ਭਾਂਬੜ ਮੇਰਾ ਖਾਲਸਾ ਮਚਾਵੇਗਾ, ਤੁਹਾਡੇ ਪੈਰਾਂ ਥੱਲੇ ਭਾਂਬੜ ਵੱਜਣਗੇ। ਕਵੀਆਂ ਨੇ ਉਹਦਾ ਅਰਥ ਕੀਤਾ ਹੈ ਕੁੰਡਲੀਆ ਰਣਬੀਰ ਖਾਲਸਾ ਅਜੇ ਨਹੀਂ ਮਰਿਆ। ਸਾਹਿਬ ਕਹਿੰਦੇ ਹਾਲਾਂ ਤਾਂ ਮੇਰਾ ਕੁੰਡਲੀਆ ਨਾਲ ਖਾਲਸਾ ਵਜਿਆ ਹੈ, ਜਿਹੜਾ ਬਦਲਾ ਲੈਣ ਤੋਂ ਬਗੈਰ ਹਟਦਾ ਨਹੀਂ ਹੈ, ਜਿਹੜਾ ਛਾਲਾਂ ਮਾਰਦਾ ਹੈ ਬਦਲਾ ਲੈਣ ਵਾਸਤੇ। ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ ਚਮਕੌਰ ਦੇ ਜੰਗ ਦਾ ਵੀ ਉਹਦੇ ਵਿੱਚ ਕੁਝ ਹਾਲ। ਆਲਮ ਦੋਜਗ ਪਰ ਜੈ ਸੰਕਟ ਪੂਰਾ। ਲਾਂਭੇ ਦਿੱਤੇ ਨੇ ਕਈ ਸਾਖੀਆਂ ਜਿਹੜੀਆਂ ਨਾ, ਜਿਹੜੀਆਂ ਕੋਈ ਰਾਜਿਆਂ ਦੀਆਂ ਰਾਣੀਆਂ ਜਾਂ ਕੋਈ ਰਾਜੇ ਜੀਵਨ ਤੋਂ ਗਰਕੇ ਹੋਏ ਉਹਨਾਂ ਦੀਆਂ ਮਹਾਰਾਜ ਨੇ ਕਹਾਣੀਆਂ ਲਿਖ ਕੇ ਲਿਖਿਆ ਵੀ ਉਹ ਜਿਹੜੇ ਲੋਕ ਗਰਕੇ ਹੋਏ ਸਨ, ਇਹ ਔਰੰਗਜ਼ੇਬ ਤੂੰ ਤੇ ਉਹਨਾਂ ਤੋਂ ਵੀ ਜ਼ਿਆਦਾ ਗਰਕਿਆ ਹੋਇਆ ਹੈ। ਉਹਨਾਂ ਦਾ ਫੇਰ ਵੀ ਕੁਝ ਆਪਣਾ ਜਿਹੜਾ ਜ਼ੁਬਾਨ ਕੀਤੀ, ਜਿਹੋ ਜਿਹਾ ਉਹਨਾਂ ਦਾ ਮਨ ਦਾ ਫੁਰਨਾ ਸੀ ਉਹਨੂੰ ਪੂਰਾ ਕਰਨ ਵਾਲਾ ਨਿਭਾਇਆ, ਪਰ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਔਰੰਗਜ਼ੇਬ ਤੂੰ ਤਾਂ ਉਹਨਾਂ ਵੇਸ਼ਵਾਵਾਂ ਦੇ ਨਾਲੋਂ ਵੀ ਮਾੜਾ ਹੈ। ਇਦਾਂ ਦੀਆਂ ਲਾਹਣਤਾਂ ਕਲਗੀਧਰ ਸਾਹਿਬ ਨੇ ਪਾਈਆਂ ਵੀ ਤੇਰੇ ਵਰਗਾ ਕਹਿੰਦੇ ਕੋਈ ਮਾੜਾ ਹੈ ਹੀ ਨਹੀਂ, ਤੂੰ ਆਪਣੇ ਇਮਾਨ ਤੋਂ ਡੋਲਿਆ ਏ। ਉਲਾਂਭੇ ਦਿੱਤੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਤੈਨੂੰ ਭਾਰੀ ਕਹਿੰਦੇ ਸੰਕਟ ਵੇਖਣੇ ਪੈਣਗੇ। ਇਨਸਾਫੀ ਤੈ ਕਰੇ ਬੜ ਚਾਹੇ ਸਜਾਈ। ਮਹਾਰਾਜ ਕਹਿੰਦੇ ਤੂੰ ਬੜੀ ਬੇਇਨਸਾਫੀ ਕੀਤੀ, ਤੂੰ ਹਿੰਦੁਸਤਾਨ ਦਾ ਰਾਜਾ ਸੀ, ਤੂੰ ਬੇਇਨਸਾਫੀ ਕੀਤੀ ਹੈ, ਬੜੀ ਵੱਡੀ ਸਜ਼ਾ ਕਹਿੰਦੇ ਵੀ ਤੈਨੂੰ ਮਿਲਣੀ ਚਾਹੀਦੀ ਹੈ। ਅਸ਼ਟ ਦਿਵਸ ਕੀ ਸਾਹਿਬੀ ਕਰ ਲੈ ਮਨ ਪਾਈ। ਉਹ 8 ਦਿਨਾਂ ਦੀ ਪਾਤਸ਼ਾਹੀ, 8 ਦਿਨਾਂ ਦਾ ਕਹਿੰਦੇ ਚੰਨ ਦਿਨਾਂ ਦਾ ਰਾਜ ਔਰੰਗਜ਼ੇਬ ਦੇ 8 ਦਿਨਾਂ ਦੀ ਹੈ। ਜੋ ਮਨ ਭਾਉਂਦੀਆਂ ਕਰਨੀਆਂ ਨਾ ਹੋਰ ਕਹਿੰਦੇ ਕਰ ਲੈ। ਕਿੰਨਾ ਕੁ ਚਿਰ ਕਰ ਲਵੇਂਗਾ? ਤੇਰੇ ਤੋਂ ਪਹਿਲਾਂ ਜਿਸ ਦਿੱਲੀ ਰਾਜਧਾਨੀ ਦੇ ਵਿੱਚ ਤੂੰ ਬੈਠਾ ਹੀ ਨਾ ਮਾਣ ਕਰਦਾ ਹੈ ਨਾ, ਜਿਸ ਨੇ ਦਿੱਲੀ ਵਸਾਈ ਹੈ, ਉਹ ਨੇਕ ਰਾਜੇ ਦਲੀਪ ਵਰਗੇ ਰਾਜੇ ਉਹ ਹੀ ਇਸ ਜਹਾਨ ਤੇ ਰਹੇ, ਜਿਨ੍ਹਾਂ ਕਰਕੇ ਦਿੱਲੀ ਦੀਆਂ ਰਾਜਧਾਨੀਆਂ ਬਣੀਆਂ। ਉਹ ਦੁਸ਼ਟਾ ਤੂੰ ਕਿਤੇ ਕਾਇਮ ਰਵੇਂਗਾ? 8-10 ਦਿਨ ਮਹਾਰਾਜ ਕਹਿੰਦੇ ਚੰਨ ਦਿਨਾਂ ਦੀ ਜਿਹੜੀ ਸਹਿਬੀ ਕਰਨੀ ਹੈ ਕਰ ਲੈ, ਜੋ ਮਨਾਈਆਂ ਕਰਨੀਆਂ ਮੌਕਾ ਹੀ ਹਾਲਾਂ ਵੀ ਕਰ ਲੈ। ਦਾਸਤਾਨ ਬਦਸ਼ਹਿਨ ਕੀ ਅਰ ਕਿਤ ਕੇ ਆਣਾ। ਇਸ ਤਰ੍ਹਾਂ ਮਹਾਰਾਜ ਜੀ ਨੇ ਹੋਰ ਵੀ ਕਈ ਬਾਦਸ਼ਾਹਾਂ ਦੀਆਂ ਦਾਸਤਾਨਾਂ ਜਿਹੜੀਆਂ ਸੀ ਉਹ ਕਵਿਤਾ ਦੇ ਵਿੱਚ ਲਿਆ ਕੇ ਜ਼ਫਰਨਾਮੇ ਦੇ ਵਿੱਚ ਸਾਹਿਬਾਂ ਨੇ ਲਿਖੀਆਂ।
ਤੇ ਜਿਹੜੀਆਂ ਹਕਾਇਤਾਂ ਦੇ ਰਾਹੀਂ, ਜਿਹੜੀਆਂ ਦਾਸਤਾਨਾਂ ਦੇ ਰਾਹੀਂ, ਜਿਹੜੀਆਂ ਵੱਡੇ ਵੱਡੇ ਰਾਜਿਆਂ ਦੀਆਂ ਸਾਥੀਆਂ ਦੇ ਰਾਹੀਂ ਔਰੰਗਜ਼ੇਬ ਨੂੰ ਲਾਹਣਤਾਂ ਪਾਈਆਂ ਹਨ। ਲਿਖੇ ਬੈਠ ਕਰ ਸ਼ਾਇਰੀ ਚਤੁਰਾਈ ਮਹਾਨਾ। ਬਾਬਾ ਰਾਵ ਸਾਹਿਬ ਜੀ ਨੇ ਕਹਿੰਦੇ ਵੀ ਬੈਠ ਜਿਹੜੇ ਨੇ ਨਾ ਲਿਖੇ, ਸ਼ਾਇਰੀ ਲਿਖੀ ਬੜੀ ਚਤੁਰਾਈ ਦੇ ਨਾਲ, ਭਾਵ ਕਿ ਬੜੀ ਸਿਆਣਪ ਹੈ। ਕਲਗੀਧਰ ਸਾਹਿਬ ਜੀ ਦੀ ਕਵਿਤਾ ਜਿਹੜੀ ਹੈ, ਜੋ ਮਹਾਰਾਜ ਦਾ ਜ਼ਫਰਨਾਮਾ ਅਸਲੀ ਰੂਪ ਦੇ ਵਿੱਚ ਹੈ, ਉਹ ਜ਼ਫਰਨਾਮਾ ਜਿਹੜਾ ਏ, ਕਈ ਵਿਦਵਾਨ ਆਪਣੀ ਕਥਾ ਜ਼ਿਕਰ ਕਰਦੇ ਵੀ ਕਈ ਮੌਲਵੀਆਂ, ਕਾਜ਼ੀਆਂ, ਵਿਦਵਾਨਾਂ ਨਾਲ ਸਾਡੀ ਗੱਲਬਾਤ ਹੋਈ ਤੇ ਉਹ ਕਾਜ਼ੀ ਵੀ ਕਹਿੰਦੇ ਨੇ ਵੀ ਅਸੀਂ ਹੈਰਾਨ ਆ ਵੀ ਅਸੀਂ ਫਾਰਸੀ ਬੋਲੀ ਦੇ ਜਾਣੂ ਆ, ਪਰ ਜੋ ਫਾਰਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖੀ ਹੈ ਉਹ ਤਾਂ ਸਾਨੂੰ ਵੀ ਪੜ੍ਹਨੀ ਔਖੀ ਲੱਗਦੀ ਹੈ। ਐਸੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਵਿਦਵਾਨ ਕਹਿੰਦੇ ਬੜੀ ਚਤੁਰਾਈ ਦੇ ਨਾਲ, ਕਵਿਤਾ ਦੀ ਚਤੁਰਾਈ ਹੈ, ਸਿਆਣਪ ਹੈ, ਬੈਤ ਬਣਾਏ, ਸ਼ੇਅਰ ਲਿਖੇ ਮਹਾਰਾਜ ਨੇ, ਕਾਇਤਾਂ ਲਿਖੀਆਂ ਨੇ। ਜਸ ਜਸ ਆਸ਼ਾ ਕਹਿਨ ਕੋ ਸਮਝਾਵਨ ਹਿਤਾ। ਜੋ ਮਹਾਰਾਜ ਦਾ ਆਸ਼ਾ ਸੀ ਨਾ ਵੀ ਔਰੰਗਜ਼ੇਬ ਨੂੰ ਸਮਝਾਈਏ ਵੀ ਤੂੰ ਕਿੱਡਾ ਵੱਡਾ ਪਾਪੀ ਆ, ਜੋ ਮਹਾਰਾਜ ਸਾਹਿਬ ਕਹਿਣਾ ਚਾਹੁੰਦੇ ਸਨ ਉਹ ਸਾਰਾ ਕੁਝ ਹੀ ਜ਼ਫਰਨਾਮੇ ਵਿੱਚ ਕਹਿ ਦਿੱਤਾ। ਕਹੇ ਪ੍ਰਸੰਗ ਅਨੇਕ ਤਸ ਸੁਣ ਮੂੜਿਆ ਚੇਤਾ। ਉਸੇ ਤਰ੍ਹਾਂ ਦੇ ਮਹਾਰਾਜ ਨੇ ਪ੍ਰਸੰਗ ਲਿਖ ਲਿਖ ਕੇ ਤੇ ਕਈ ਥਾਵਾਂ ਦੇ ਕਹਿੰਦੇ ਉਹ ਮੂਰਖੋ ਰੰਗਿਆ ਸੁਣ ਸਾਡੀ ਗੱਲ, ਤੂੰ ਆਪਣੇ ਆਪ ਨੂੰ ਬੜਾ ਚਤੁਰ ਸਮਝਦਾ ਪਰ ਅਸਲ ਵਿੱਚ ਤੂੰ ਮੂਰਖ ਹੈ। ਤੂੰ ਮਹਾਰਾਜ ਸਾਹਿਬ ਜੀ ਕਹਿੰਦੇ ਤੇਰੇ ਵਰਗਾ ਮੂੜ ਕੋਈ ਨਹੀਂ ਹੈ। ਪੁਸ਼ਪ ਕਥਾ ਲਿਖੀ ਆਪਣੀ ਸਨਮੁਖ ਨੌ ਰੰਗੇ। ਤੇ ਕੁਝ ਕਥਾ ਮਹਾਰਾਜ ਨੇ ਆਪਣੀ ਵੀ ਔਰੰਗਜ਼ੇਬ ਦੇ ਸਾਹਮਣੇ ਲਿਖ ਕੇ ਭੇਜੀ ਹੈ ਵੀ ਕਿਵੇਂ ਤੂੰ ਸਾਡੇ ਤੇ ਜ਼ੁਲਮ ਕਰਦਾ ਰਿਹਾ ਪਰ ਫੇਰ ਵੀ ਅਸੀਂ ਤੇਰੇ ਜ਼ੁਲਮ ਦੀ ਪਰਵਾਹ ਨਹੀਂ ਕੀਤੀ ਦੁਸ਼ਟਾ। ਜਿਸ ਪੜ੍ਹਨੇ ਤੇ ਜਾਨ ਹੈ ਮੈਂ ਕੀਨ ਕੁਟੰਗੇ। ਮਹਾਰਾਜ ਸਾਹਿਬ ਨੇ ਜ਼ਫਰਨਾਮੇ ਦੇ ਵਿੱਚ ਲਿਖਿਆ ਇਸ ਢੰਗ ਦੇ ਨਾਲ ਆਪਣੀ ਵੀ ਕੁਝ ਕਥਾ ਦੇ ਤਾਈਂ ਜਿਹਨੂੰ ਪੜ੍ਹ ਕੇ ਤੇ ਔਰੰਗਜ਼ੇਬ ਨੂੰ ਪਤਾ ਲੱਗ ਜੇ ਵੀ ਮੈਂ ਮਾੜਾ ਕੀਤਾ। ਕਿਉਂਕਿ ਕਈ ਵਾਰ ਜਿਹੜੇ ਇਹ ਰਾਜੇ ਲੋਕ, ਅਫਸਰ ਲੋਕ ਮਾੜਾ ਕੰਮ ਕਰਦੇ ਨੇ ਨਾ, ਇਹਨਾਂ ਨੂੰ ਖਬਰ ਨਹੀਂ ਹੁੰਦੀ ਵੀ ਮੈਂ ਗਲਤ ਕਰ ਰਿਹਾ। ਕਿਉਂਕਿ ਜਿਹੜੇ ਜੁੱਤੀ ਚੱਟ ਹੁੰਦੇ ਨੇ ਨਾ, ਉਹ ਕਹਿੰਦੇ ਬਾਦਸ਼ਾਹ ਜੀ ਤੁਸੀਂ ਜੋ ਕੀਤਾ ਹੈ, ਅਫਸਰਾਂ ਨੂੰ ਕਹਿੰਦੇ ਬਸ ਰਾਜਾ ਜੀ ਠੀਕ ਕੀਤਾ। ਉਹ ਗੱਲ ਜਿਹੜੀ ਹੈ ਨਾ ਸਗਲੀ ਗਲਤ, ਉਹ ਗੱਲ ਤਾਂ ਕਰਦੇ ਹੀ ਨਹੀਂ, ਹਮੇਸ਼ਾ ਝੂਠੀਆਂ ਖੁਸ਼ਾਮਦਾਂ ਕਰਦੇ ਰਹਿੰਦੇ ਨੇ ਰਾਜਿਆਂ ਦੀਆਂ, ਬਾਦਸ਼ਾਹਾਂ ਦੀਆਂ, ਅਫਸਰਾਂ ਦੀਆਂ। ਜਿਸ ਕਰਕੇ ਅਸਲੀ ਗੱਲ ਕਈ ਵਾਰ ਜਿਹੜੀ ਅਸਲੀਅਤ ਹੋਵੇ, ਹੋ ਸਕਦਾ ਹੈ ਵੀ ਉਹ ਅਫਸਰਾਂ ਤੇ ਰਾਜਿਆਂ ਤੇ ਨਾ ਜਾਂਦੀ ਹੋਵੇ। ਭਾਵੇਂ ਕਿ ਔਰੰਗਜ਼ੇਬ ਵੱਡਾ ਦੁਸ਼ਟ ਹੈ ਪਰ ਫੇਰ ਵੀ ਗੁਰੂ ਸਾਹਿਬ ਬਾਰੇ ਸਾਰਾ ਕੁਝ ਤਾਂ ਨਹੀਂ ਜਾ ਕੇ ਵਜ਼ੀਰ ਖਾਨ ਸੂਬਾ ਸਰਹੰਦ ਦੱਸਦਾ ਹੋਵੇਗਾ, ਹੋਰ ਰਾਜੇ ਦੱਸਦੇ ਹੋਣਗੇ। ਇਸ ਕਰਕੇ ਮਹਾਰਾਜ ਸਾਹਿਬ ਨੇ ਕੁਝ ਆਪਣੀ ਦਾਸਤਾਨ ਵੀ ਲਿਖੀ ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੂੰ ਸ਼ਰਮ ਆਵੇ ਵੀ ਮੈਂ ਗੁਰੂ ਸਾਹਿਬ ਦੇ ਕਿੱਦਾਂ ਦੇ ਜ਼ੁਲਮ ਕੀਤੇ ਹਨ। ਬਾਦਸ਼ਾਹੋ ਪ੍ਰਭ ਨੇ ਕਰੇ ਜਿਨ ਧਰਮ ਦ੍ਰਿੜਾਏ। ਮਹਾਰਾਜ ਸਾਹਿਬ ਕਹਿਣ ਲੱਗੇ ਔਰੰਗਜ਼ੇਬ ਰੱਬ ਨੇ ਬੜੇ ਵੱਡੇ ਵੱਡੇ ਪਾਤਸ਼ਾਹ ਸੰਸਾਰ ਦੇ ਵਿੱਚ ਬਣਾ ਕੇ ਭੇਜੇ ਨੇ ਜਿਨ੍ਹਾਂ ਨੇ ਧਰਮ ਕਮਾਇਆ ਹੈ ਸੰਸਾਰ ਵਿੱਚ ਆ ਕੇ। ਏਤਕ ਗਿਨ ਹੋ ਜਗਤ ਮੈਂ ਜਸ ਧਰਮ ਕਮਾਏ। ਕੁਝ ਕੁ ਸਮਾਂ ਜਗਤ ਦੇ ਵਿੱਚ ਰਹੇ ਚੰਗੇ ਚੰਗੇ ਰਾਜੇ ਪਾਤਸ਼ਾਹ ਹੋਏ ਤੇ ਜਿਸ ਤਰ੍ਹਾਂ ਉਹਨਾਂ ਨੇ ਧਰਮ ਕਮਾਇਆ ਉਹਦੇ ਬਾਰੇ ਵੀ ਮਹਾਰਾਜ ਨੇ ਸਾਖੀਆਂ ਲਿਖ ਕੇ ਭੇਜੀਆਂ। ਤੂੰ ਨਰੰਗ ਬਦਸ਼ਾਹੋ ਸੁਨ ਬਦਸ਼ਾਹੀ ਬੈਠਾ। ਪਰ ਇਹ ਔਰੰਗਜ਼ੇਬ ਤੂੰ ਆਪਣੇ ਵੱਲ ਵੇਖ ਵੀ ਤੂੰ ਵੀ ਪਾਤਸ਼ਾਹ ਖਵਾਉਂਦਾ ਹੈ ਨਾ ਤੇ ਦਿੱਲੀ ਤਖਤ ਤੇ ਬੈਠਾ ਏ। ਚਾਹੀਏ ਧਰਮ ਕਮਾਵਨੋ ਕੀ ਪਾਪ ਇਕੱਠਾ। ਤੈਨੂੰ ਤਾਂ ਧਰਮ ਕਮਾਉਣਾ ਚਾਹੀਦਾ ਸੀ ਪਰ ਤੂੰ ਪਾਪ ਹੀ ਇਕੱਠੇ ਕਰ ਲਏ। ਤੂੰ ਤੇ ਕਹਿੰਦੇ ਵੀ ਪਾਪਾਂ ਦਾ ਭਾਰ ਹੀ ਸਿਰ ਤੇ ਚੱਕਿਆ। ਖਾਲਕ ਕੀ ਦਰਗਾਹ ਮੈਂ ਉਹ ਕਿਆ ਲੈ ਜਾਵੇ। ਮਹਾਰਾਜ ਕਹਿੰਦੇ ਉਹ ਜਿਹੜਾ ਖਲਕਤ ਦਾ ਮਾਲਕ ਹੈ ਉਸ ਰੱਬ ਦੀ ਖੁਦਾ ਦੀ ਦਰਗਾਹ ਦੇ ਵਿੱਚ ਕੀ ਮੂੰਹ ਲੈ ਕੇ ਜਾਵੇਂਗਾ ਦੁਸ਼ਟਾ। ਭਲਾ ਬਰਾ ਜੋ ਤੂੰ ਕੀਆ ਸੋ ਸੰਗ ਸਿਦਾਵੇ। ਇਹ ਮਤਾ ਸੋਚੀ ਵੀ ਤੂੰ ਬੜਾ ਧਰਮੀ ਹੈ ਜਿਹੜਾ ਤੂੰ ਚੰਗਾ ਕੰਮ ਤੇ ਜਿਹੜਾ ਕੋਈ ਮਾੜਾ ਕੀਤਾ ਹੈ ਨਾ ਤੇਰੇ ਨਾਲ ਹੀ ਰੱਬ ਦੀ ਦਰਗਾਹ ਵਿੱਚ ਜਾਵੇਗਾ। ਤੇਰੇ ਗਵਾਹ ਬਣ ਕੇ ਗਵਾਹੀਆਂ ਦੇਣਗੇ। ਪਹਿਲਾਂ ਲਿਖਿਆ ਮਿਲਨ ਕੋ ਦਿਲ ਦਗਾ ਕਮਾਇਆ। ਮਹਾਰਾਜ ਸਾਹਿਬ ਜੀ ਕਹਿੰਦੇ ਪਹਿਲਾਂ ਸਾਡੇ ਨਾਲ ਮਿਲਣ ਦੀ ਚਿੱਠੀ ਲੈ ਕੇ ਤੇ ਔਰੰਗਜ਼ੇਬ ਫਿਰ ਤੂੰ ਦਗਾ ਕਮਾ ਦਿੱਤਾ। ਫੌਜਾਂ ਚਾੜ ਅਗਣ ਸਹੀ ਘੇਰਾ ਕਰਵਾਇਆ। ਦਗਾ ਕੀ ਕਮਾਇਆ ਵੀ
ਪਰ ਸਾਡੇ ਨਾਲ ਮਿਲਦੀਆਂ ਗੱਲਾਂ ਕਰਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਵਾ ਦਿੱਤਾ ਤੂੰ। ਕਿਆ ਇਨਸਾਫੀ ਤੁਝ ਕਰੀ ਕਰ ਮਨ ਅਭਿਮਾਨਾ। ਉਹ ਤੂੰ ਰਾਜਾ ਸੀ, ਤੂੰ ਕੀ ਇਨਸਾਫ ਕੀਤਾ? ਕੋਈ ਸੱਚ ਤੇ ਪਹਿਰਾ ਨਹੀਂ ਦਿੱਤਾ। ਮਨ ਦੇ ਵਿੱਚ ਤੇਰੇ ਹੰਕਾਰ ਭਰਿਆ ਪਿਆ ਹੈ ਵੀ ਮੇਰੇ ਵਰਗਾ ਕੋਈ ਨਹੀਂ ਹੈ। ਝੂਠਾ ਪੜੇ ਕੁਰਾਨ ਤੂੰ ਨਹੀਂ ਅਮਲ ਕਮਾਨਾ। ਮਹਾਰਾਜ ਸਾਹਿਬ ਕਹਿੰਦੇ ਵੀ ਤੂੰ ਝੂਠਾ ਹੈ। ਉਂਝ ਕਹਿੰਦਾ ਵੀ ਮੈਂ ਕੁਰਾਨ ਪੜ੍ਹਦਾ ਏ, ਪਰ ਕੁਰਾਨ ਵੀ ਤੂੰ ਝੂਠਾ ਹੀ ਪੜ੍ਹ ਰਿਹਾ ਹੈ, ਅਮਲ ਤੇ ਕਮਾਇਆ ਨਹੀਂ। ਜੋ ਕੁਰਾਨ ਮਜੀਦ ਦੇ ਵਿੱਚ ਲਿਖਿਆ ਇਹ ਔਰੰਗਜ਼ੇਬ ਤੂੰ ਉਸ ਕੁਰਾਨ ਮਜੀਦ ਵਿੱਚ ਲਿਖੇ ਹੋਏ ਨੂੰ ਕਮਾਇਆ ਥੋੜਾ। ਤੂੰ ਝੂਠਾ ਹੈ ਪਾਪੀਆ, ਤੂੰ ਝੂਠਾ ਹੀ ਵਿਖਾਵਾ ਕਰੇ ਵੀ ਮੈਂ ਬੜਾ ਕੁਰਾਨ ਪੜ੍ਹਨ ਵਾਲਾ ਹਾਂ। ਇੱਦਾਂ ਮਹਾਰਾਜ ਗੁਰੂ ਕਲਗੀਧਰ ਸਾਹਿਬ ਜ਼ਫਰਨਾਮਾ ਲਿਖ ਕੇ ਇਹਨੂੰ ਜੋ ਲਾਹਣਤਾਂ ਪਾਈਆਂ ਉਹਦੇ ਵਿੱਚੋਂ ਥੋੜਾ ਥੋੜਾ ਟੂਕ ਮਾਤਰ ਲੈ ਕੇ ਕਵੀ ਜੀ ਇੱਥੇ ਦੱਸ ਰਹੇ ਨੇ। ਅੱਗੇ ਜਾ ਕੇ ਆਵੇਗਾ ਜਿਵੇਂ ਇਹਨੂੰ ਇਹ ਭਰਮ ਸੀ ਇਹ ਟੋਪੀਆਂ ਬਣਾ ਕੇ ਤੇ ਕੁਰਾਨ ਲਿਖ ਕੇ ਵੇਚਦਾ ਹੁੰਦਾ ਸੀ ਤੇ ਉਹਦੇ ਨਾਲ ਭੋਜਨ ਖਾਂਦਾ ਸੀ। ਕਹਿੰਦਾ ਮੈਂ ਖਜ਼ਾਨੇ ਜੋ ਮਾਇਆ ਦਾ ਪੈਸੇ ਲੈ ਕੇ ਤੇ ਕੋਈ ਵੀ ਅੰਨ ਨਹੀਂ ਖਾਂਦਾ, ਮੈਂ ਆਪਣੀ ਮਿਹਨਤ ਦੀ ਖਾਣਾ ਹਾਂ। ਇੱਦਾਂ ਦਾ ਵੀ ਪਖੰਡ ਜਿਹਾ ਕਰਦਾ ਸੀ। ਤੇ ਸਾਹਿਬ ਜੀ ਨੇ ਸਾਰਾ ਹੀ ਦੱਸਿਆ ਵੀ ਇਹ ਹੈ ਤਾਂ ਪਖੰਡੀਆਂ ਹੀ ਹੈ। ਇਹ ਕਥਾ ਹੋਰ ਅੱਗੇ ਆਵੇਗੀ ਜਿਵੇਂ ਸਤਿਗੁਰੂ ਸਾਹਿਬ ਕਲਗੀਧਰ ਦੀ ਜ਼ਫਰਨਾਮਾ ਲਿਖਾ ਰਹੇ ਨੇ। ਉਹਦੇ ਵਿੱਚ ਜੋ ਜੋ ਲਿਖਿਆ ਬਿਲਕੁਲ ਟੂਕ ਮਾਤਰ ਕਵੀ ਜੀ ਇੱਥੇ ਉਹਦੇ ਭਾਵ ਨੂੰ ਉਹਦੀ ਸਾਖੀ ਨੂੰ ਲਿਖ ਰਹੇ ਹਨ। ਜ਼ਫਰਨਾਮਾ ਲਿਖ ਕੇ ਤੇ ਜਿਸ ਢੰਗ ਦੇ ਨਾਲ ਮਹਾਰਾਜ ਸਾਹਿਬ ਜੀ ਫਿਰ ਦੀਨਿਓ ਭੇਜਣ ਕਰਨਗੇ ਤੇ ਦੀਨਿਓ ਚੜ੍ਹ ਕੇ ਅੱਗੇ ਨੂੰ ਮਾਲਵੇ ਨੂੰ ਹੋਰ ਗਾਂਹ ਜਾਣਗੇ ਸਤਿਗੁਰੂ ਸਾਹਿਬ। ਇਹ ਕਥਾ ਪਾਉਣ ਵਾਲੇ ਸਮੇਂ ਸਰਵਣ ਕਰਾਂਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਤਰ ਇਤਿਹਾਸ ਨੂੰ ਕਹਿੰਦਿਆਂ ਸੁਣਦਿਆਂ ਅਨੇਕਾਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਮਹਾਰਾਜ ਦੇ ਗੁਰੂ ਦੀ ਸੰਗਤ ਬਖਸ਼ਣ ਦਾ ਬਖਸ਼ਣ ਹਾਰ ਹੈ, ਬਖਸ਼ ਲੈਣਾ। ਇਤਿਹਾਸ ਦੀ ਕਥਾ ਪੜ੍ਹਦਿਆਂ ਸੁਣਦਿਆਂ ਇੱਕ ਤਾਂ ਸਾਨੂੰ ਪਤਾ ਲੱਗਦਾ ਹੈ ਵੀ ਕੀ ਮਹਾਰਾਜ ਸਾਹਿਬ ਨੇ ਕੌਤਕ ਕੀਤੇ। ਦੂਜਾ ਭਰੋਸਾ ਹੋਰ ਦ੍ਰਿੜ ਹੁੰਦਾ ਹੈ ਵੀ ਸਤਿਗੁਰਾਂ ਨੇ ਜੋ ਜੋ ਕਿਹਾ ਉਸੇ ਤਰ੍ਹਾਂ ਹੋਇਆ ਤੇ ਹੋ ਕੇ ਰਿਹਾ ਤੇ ਹੋ ਕੇ ਰਹੇਗਾ। ਗੁਰੂ ਸਾਹਿਬ ਦੇ ਹੁਕਮ ਤੋਂ ਬਗੈਰ ਕੁਝ ਨਹੀਂ ਹੁੰਦਾ। ਸਤਿਗੁਰਾਂ ਦਾ ਹੁਕਮ ਅਟਲ ਹੈ। ਤਾਈਓ ਮਹਾਰਾਜ ਨੇ ਲਿਖਿਆ ਹੈ ਹੁਕਮ ਇੱਕ ਓੰਕਾਰ ਹੁਕਮ ਸਤ ਵੀ ਪਰਮੇਸ਼ਰ ਦਾ ਹੁਕਮ ਸਦਾ ਹੀ ਸੱਚਾ ਹੈ ਤੇ ਹੋ ਕੇ ਰਹਿੰਦਾ ਹੈ ਤੇ ਵਰਤ ਕੇ ਰਹਿੰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਸਰਬੱਤ ਦਾ ਹੀ ਭਲਾ ਕਰਨ। ਗੁਰੂ ਗਰੀਬ ਨਿਵਾਸ ਸਾਹਿਬ ਦੀਆਂ ਖੁਸ਼ੀਆਂ ਲੈਣ ਹਿਤ ਸਾਰੇ ਹੀ ਆਖੋ ਵਾਹਿਗੁਰੂ 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 ਵਾਹਿਗੁਰੂ
ਸਤਿ ਸ੍ਰੀ ਅਕਾਲ। ਵਾਹਿਗੁਰੂ।